ਬਹੁਤ ਸਾਰੇ ਲੋਕ ਇਸ ਕੁਰਸੀ ਵੱਲ ਨੂੰ ਬੜੀਆਂ ਲਲਚਾਈਆਂ ਨਜ਼ਰਾਂ ਨਾਲ ਦੇਖਦੇ ਨੇ। ਸ਼ਰਦ ਪਵਾਰ ਨੂੰ ਰਾਸ਼ਟਰਪਤੀ ਬਣਾਉਣ ਦੀ ਜਿਹੜੀ ਇੱਛਾ ਆ ਉਹ ਪ੍ਰਸ਼ਾਂਤ ਕਿਸ਼ੋਰ ਦੇਖ ਰਹੇ ਨੇ, ਕਿਉਂਕਿ ਸ਼ਰਦ ਪਵਾਰ ਵਿਰੋਧੀ ਧਿਰ ਵਿੱਚ ਬੈਠੇ ਹੋਏ ਇੱਕ ਅਜਿਹੇ ਲੀਡਰ ਨੇ ਜਿਨ੍ਹਾਂ ਦੇ ਨਾਮ ਦੇ ਉੱਤੇ ਆਮ ਤੌਰ ਤੇ ਸਹਿਮਤੀ ਜਿਹੜੀ ਆ ਉਹ ਬਣ ਸਕਦੀ ਹੈ। ਪੂਰੀ ਦੁਨੀਆ ਦੀਆਂ ਨਿਗਾਹਾਂ ਜਿੱਥੇ ਉਹ ਸੰਸਦ ਤੇ ਘੱਟ ਨੇ ਤੇ ਜਿਹੜੀ ਕਿਸਾਨਾਂ ਦੀ ਸੰਸਦ ਲੱਗੀ ਹੋਈ ਆ ਉੱਤੇ ਵੱਧ ਨੇ। ਜਿਵੇਂ ਕਿ ਇੱਕ ਦਿਨ ਬੜਾ ਵਾਇਰਲ ਹੋਈ ਸੀ ਵੀ ਉੱਥੇ ਜਿਹੜਾ ਨਰਿੰਦਰ ਤੋਮਰ ਐਜ ਖੇਤੀ ਮੰਤਰੀ ਬਣਿਆ ਸੀਗਾ ਤੇ ਉਸ ਬੰਦੇ ਨੂੰ ਕੋਈ ਜਵਾਬ ਨਹੀਂ ਆਉਂਦਾ ਤਾਂ ਉਹਨੂੰ ਇਹ ਕਹਿਣਾ ਪੈਂਦਾ ਮੈਂ ਆਪਣੇ ਅਹੁਦੇ ਤੋਂ ਅਸਤੀਫਾ ਦਿੰਦਾ। ਪ੍ਰਧਾਨ ਮੰਤਰੀ ਮੋਦੀ ਦੀ ਗੱਲ ਕਰੀਏ, ਜਿਸ ਦਿਨ ਇਹੀ ਮੋਦੀ ਸਾਹਿਬ ਗੁਜਰਾਤ ਦੇ ਮੁੱਖ ਮੰਤਰੀ ਸੀ ਤੇ ਕੰਜ਼ਿਊਮਰ ਅਫੇਅਰਸ ਦੀ ਇਹਨਾਂ ਦੀ ਕਮੇਟੀ ਦੇ ਮੈਂਬਰ ਸੀਗੇ ਤੇ ਉਸ ਦਿਨ ਇਹਨਾਂ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਚਿੱਠੀ ਲਿਖੀ ਸੀ ਕਿ MSP ਜਿਹੜੀ ਆ ਕਾਨੂੰਨ ਬਣਨੀ ਚਾਹੀਦੀ ਹੈ। ਤੇ ਹੁਣ ਇਹੀ ਪ੍ਰਧਾਨ ਮੰਤਰੀ 10 ਸਾਲ ਬਾਅਦ ਕਹਿੰਦੇ ਨੇ ਕਿ ਜਿਹੜੀ MSP ਆ ਉਹ ਕਾਨੂੰਨ ਨਹੀਂ ਬਣ ਸਕਦੀ ਕਿਉਂਕਿ ਉਹਦੇ ਨਾਲ 2 ਲੱਖ ਕਰੋੜ ਦਾ ਸਰਕਾਰ ਤੇ ਬੋਝ ਪਊਗਾ। ਕਿਸਾਨ ਜਥੇਬੰਦੀਆਂ ਇਸ ਵੇਲੇ ਪੂਰੀ ਤਨਦੇਹੀ ਦੇ ਨਾਲ ਇਹ ਗੱਲ ਕਹਿ ਰਹੀਆਂ ਕਿ ਸਾਡਾ ਮਕਸਦ ਦਿੱਲੀ ਸਰਕਾਰ ਤੋਂ ਯੂਨੀਅਨ ਗਵਰਨਮੈਂਟ ਤੋਂ ਆਪਣੀਆਂ ਮੰਗਾਂ ਜਿਹੜੀਆਂ ਹੀ ਰੱਖੀਆਂ ਹੋਈਆਂ ਆ MSP ਦਾ ਤੇ 3 ਜਿਹੜੇ ਕਾਨੂੰਨ ਬਣੇ ਹੋਏ ਨੇ ਉਹਦੇ ਮੁਤਾਬਕ ਅਸੀਂ ਆਪਣੀ ਜਿੱਤ ਵੱਲ ਨੂੰ ਆਪਣੇ ਨਿਸ਼ਾਨੇ ਵੱਲ ਨੂੰ ਵਧ ਰਹੇ ਹਾਂ। ਚਾਹੇ ਰਾਹੁਲ ਗਾਂਧੀ ਉੱਥੇ ਟਰੈਕਟਰ ਤੇ ਜਾਂਦਾ ਤੇ ਚਾਹੇ ਉੱਥੇ ਬਾਕੀ ਜਿਹੜੇ ਲੀਡਰ ਆ ਪੰਜਾਬ ਦੇ MP ਬਾਜਪਾ ਸਾਰੇ ਇਸ ਵੇਲੇ ਕਿਸਾਨੀ ਅੰਦੋਲਨ ਨੂੰ ਲੈ ਕੇ ਆਪਣਾ ਰੋਲ ਅਦਾ ਕਰ ਰਹੇ ਆ। ਪਰਮਿੰਦਰ ਜੀ ਕਿਤੇ ਨਾ ਕਿਤੇ ਰਾਜਨੀਤਿਕ ਲੋਕ ਜਿਹੜੇ ਆ ਉਹ ਆਪਣੀ ਰਾਜਨੀਤਿਕ ਰੋਟੀ ਹੀ ਸੇਕਣਾ ਚਾਹੁੰਦੇ ਆ। ਪੰਜਾਬ ਦੀ ਸਿਆਸਤ ਦਾ ਤਾਂ ਸਿਆਸਤ ਜਿਹੜੀ ਪੰਜਾਬ ਦੀ ਤਕਰੀਬਨ ਪਿਛਲੇ 6 ਮਹੀਨੇ ਤੋਂ ਨਵਜੋਤ ਸਿੰਘ ਸਿੱਧੂ ਦੇ ਆਲੇ ਦੁਆਲੇ ਘੁੰਮੀ ਜਾਂਦੀ। ਭਾਵੇਂ ਕਿ ਤਾਜਪੋਸ਼ੀ ਵਾਲੇ ਦਿਨ ਜਿਸ ਦਿਨ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਸਾਰੇ ਪ੍ਰਧਾਨਗੀ ਦੇ ਐਪੀਸੋਡ ਨੂੰ ਲੈ ਕੇ ਸਾਰਥੀ ਮੰਨੇ ਗਏ ਆ ਵੀ ਜਿਹੜਾ ਸਟੀਅਰਿੰਗ ਹੈ ਉਹਦੇ ਉਸ ਬੰਦੇ ਦੇ ਹੱਥ 'ਚ ਆ। ਭਾਵੇਂ ਕਿ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਜਦੋਂ ਬਾਜਵਾ ਪਰਿਵਾਰ ਨੇ ਇਹ ਸਾਰੀ ਲੜਾਈ ਛੇੜੀ ਸੀਗੀ ਉਸ ਵੇਲੇ ਸੁਖਜਿੰਦਰ ਸਿੰਘ ਰੰਧਾਵਾ ਰਤਨਜਿੰਦਰ ਸਿੰਘ ਬਾਜਵਾ ਮਾਝਾ ਬ੍ਰਿਗੇਡ ਸਾਰੀ ਕੈਪਟਨ ਦੇ ਨਾਲ ਖੜੀ ਹੋਈ ਸੀ। ਆਪ ਕੈਪਟਨ ਦਾ ਸਾਥ ਛੱਡਣ ਲੱਗਿਆ ਨੇ ਵੀ ਇਹ ਸਾਰੀ ਮਾਝਾ ਬ੍ਰਿਗੇਡ ਇਸ ਵੇਲੇ ਨਵਜੋਤ ਸਿੰਘ ਸਿੱਧੂ ਦੇ ਨਾਲ ਆ ਕੇ ਖੜ ਗਈ ਆ। ਰਣਜੀਤ ਸਿੰਘ ਬ੍ਰਹਮਪੁਰਾ ਢੀਂਡਸਾ ਸਾਹਿਬ ਇਹ ਸਿੱਖ ਸਿਆਸਤ ਚੋਂ ਆਏ ਨੇ, ਅਕਾਲੀ ਦਲ ਨਾਲ ਸੰਬੰਧਿਤ ਨੇ। ਇਹ ਆਪਣਾ ਜਿਹੜਾ ਸਿੱਖ ਸਿਆਸਤ ਜਿਹੜੀ ਕਰਨੀ ਚਾਹੁੰਦੇ ਆ ਵੀ ਆਮ ਆਦਮੀ ਪਾਰਟੀ ਵਿੱਚ ਤਾਂ ਜਾ ਕੇ ਇਹ ਕਰ ਨਹੀਂ ਸਕਦੇ। ਉਹ ਆਪਣੀ ਹੋਂਦ ਰੱਖਣਗੇ ਆਪਣਾ ਉਹ ਪੰਜਾਬ ਦੇ ਵਿੱਚ ਇਸੇ ਕਰਕੇ ਆਏ ਸੀਗੇ ਵੀ ਅਸੀਂ ਬਾਦਲਾਂ ਦਾ ਜਿਹੜਾ ਆ ਉਹ ਬਦਲ ਦੇਣਾ ਲੋਕਾਂ ਨੂੰ। ਪੰਜਾਬੀ ਨੈਸ਼ਨਲ ਟੀਵੀ ਦੇ ਦਰਸ਼ਕਾਂ ਦਾ ਮਨਪਸੰਦ ਪ੍ਰੋਗਰਾਮ ਵਿਚਾਰ ਚਰਚਾ ਲੈ ਕੇ ਹਾਜ਼ਰ ਹਾਂ। ਅੱਜ ਦੇ ਪ੍ਰੋਗਰਾਮ 'ਚ ਗੱਲਾਂ ਬਾਤਾਂ ਹੋਣਗੀਆਂ ਕਰੋਨਾ ਕਾਲ ਵਿੱਚ ਪੰਜਾਬ ਦੇ ਸਕੂਲ ਖੁੱਲੇ, ਰਾਸ਼ਟਰਪਤੀ ਦੇ 4 ਸਾਲ ਹੋਏ ਮੁਕੰਮਲ, ਪੰਜਾਬ ਦੀ ਸਿਆਸਤ ਵਿੱਚ ਨਵਾਂ ਕੀ ਹੋ ਰਿਹਾ ਹੈ, ਢੀਂਡਸਾ ਗਰੁੱਪ ਕਿੱਧਰ ਨੂੰ ਜਾਣ ਦੀ ਕਰ ਰਿਹਾ ਹੈ ਤਿਆਰੀ, ਓਲੰਪਿਕ ਖੇਡਾਂ 'ਚ ਕੀ ਕੁਝ ਹੋਰ ਹੋਇਆ। ਇਸ ਤੋਂ ਇਲਾਵਾ ਕੁਝ ਹੋਰ ਮੁੱਦੇ ਵਿਚਾਰਾਂਗੇ ਆਪਣੇ ਮਾਹਿਰ ਮਹਿਮਾਨਾਂ ਦੇ ਨਾਲ। ਤੇ ਅੱਜ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਗੁਰਨਾਮ ਸਿੰਘ ਬਿਲਗਾ ਜੀ ਤੇ ਅੰਮ੍ਰਿਤਪਾਲ ਸ਼ਰਮਾ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਸਵਾਗਤ ਸਰ ਤੁਹਾਡਾ। ਕੀ ਹਾਲ ਚਾਲ ਜੀ? ਸਾਡਾ ਹਾਲ ਚਾਲ ਤਾਂ ਵਧੀਆ ਹੈ ਤੇ ਤੁਸੀਂ ਆਪਣਾ ਸੁਣਾਓ। ਬਿਲਕੁਲ ਠੀਕ ਜੀ। ਅੱਜ ਪੂਰੀ ਤਿਆਰੀ ਨਾਲ ਆਏ ਲੱਗਦੇ ਹੋ, ਮੈਚਿੰਗ ਡਰੈਸ ਪਾਈ ਹੋਈ ਹੈ। ਰੋਜ਼ ਤਿਆਰ ਰਹਿੰਦੇ ਜੀ, ਗੱਲਾਂ ਹੀ ਕਰਨੀਆਂ ਜੀ। ਗੱਲ ਤਾਂ ਗੱਲਾਂ ਦੀ ਹੈ ਪਰ ਗੱਲਾਂ ਕਿਸੇ ਮੁੱਦੇ ਤੇ ਹੁੰਦੀਆਂ ਨੇ। ਤੇ ਅੱਜ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ, ਅੱਜ ਕਾਰਗਿਲ ਵਿਜੇ ਦਿਵਸ ਮਨਾਇਆ ਜਾ ਰਿਹਾ ਹੈ। ਅੱਜ ਦੇ ਦਿਨ ਨੂੰ ਮਤਲਬ 22 ਸਾਲ ਪੂਰੇ ਹੋ ਗਏ ਨੇ। ਕੀ ਕਹਿਣਾ ਚਾਹੋਗੇ ਅੱਜ ਦੇ ਦਿਨ ਤੇ ਖਾਸ? ਦੇਖੋ, ਯੁੱਧ ਜਿਹੜਾ ਆ ਕਦੇ ਵੀ ਚੰਗਾ ਨਹੀਂ ਹੁੰਦਾ ਪਰ ਬਹੁਤ ਵਾਰ ਇਹ ਸਾਡੇ ਤੇ ਥੋਪਿਆ ਜਾਂਦਾ। ਅਸੀਂ ਵਿਜੇ ਦਿਵਸ ਇਹਨੂੰ ਕਹਿੰਦੇ ਆ ਪਰ ਜਦੋਂ ਅਸੀਂ ਮਨੁੱਖੀ ਪਾਸੇ ਤੋਂ, ਮਨੁੱਖੀ ਪੱਖ ਤੋਂ, ਮਨੁੱਖਤਾ ਦੇ ਪੱਖ ਤੋਂ ਇਹਨੂੰ ਦੇਖਦੇ ਆ ਤੇ ਅਲਟੀਮੇਟਲੀ ਤਾਂ ਕੁੱਲ ਮਿਲਾ ਕੇ ਤਾਂ ਕੁਝ ਜਾਨਾਂ ਦਾ ਨੁਕਸਾਨ ਆ, ਚਾਹੇ ਉਹ ਹਿੰਦੁਸਤਾਨ ਵਾਲੇ ਪਾਸੇ ਤੋਂ ਹੋਵੇ ਤੇ ਚਾਹੇ ਉਹ ਪਾਕਿਸਤਾਨ ਵਾਲੇ ਪਾਸੇ ਤੋਂ ਹੋਵੇ। ਤੇ ਤਰਾਸਦੀ ਪਰਮਿੰਦਰ ਜੀ ਇਹ ਵੀ ਆ ਕਿ ਮਰਨ ਵਾਲੇ ਜਿਹੜੇ ਲੋਕ ਨੇ ਉਹ ਬਿਲਕੁਲ ਜਵਾਨ ਹੁੰਦੇ ਨੇ। ਸਰਕਾਰਾਂ ਉਹਨਾਂ ਤੇ ਬਹੁਤ ਪੈਸੇ ਖਰਚਦੀਆਂ ਨੇ ਉਹਨਾਂ ਨੂੰ ਟ੍ਰੇਨਿੰਗ ਦੇਣ ਲਈ ਤੇ ਸਰਹੱਦਾਂ ਦੀ ਰਾਖੀ ਲਈ। ਪਰ ਜੇਕਰ ਸ਼ਾਂਤੀ ਸਾਡਾ ਮਿਸ਼ਨ ਹੋਵੇ ਤੇ ਫਿਰ ਇਹ ਜਿਹੜੀਆਂ ਜਾਨਾਂ ਆ ਉਹ ਨਹੀਂ ਜਾਣੀਆਂ ਚਾਹੀਦੀਆਂ। ਇਹ ਤਾਂ ਸੀਗੀ ਮਨੁੱਖਤਾ ਦੇ ਪੱਖ ਦੀ ਗੱਲ, ਕਿਉਂਕਿ ਕਹਿੰਦੇ ਨੇ ਕਿ ਜਦੋਂ ਜੰਗ ਦੇ ਵਿੱਚ ਗੋਲੀ ਚੱਲਦੀ ਆ ਉਹਦੇ ਵਿੱਚ ਨੁਕਸਾਨ ਸਿਰਫ ਮਾਂ ਦੀ ਕੁੱਖ ਦਾ ਹੀ ਹੁੰਦਾ, ਭੈਣ ਦੀ ਰੱਖੜੀ ਦਾ ਹੁੰਦਾ ਤੇ ਪਤਨੀ ਦੇ ਸੁਹਾਗ ਦਾ ਹੁੰਦਾ। ਮਰਨ ਵਾਲਾ ਇਨਸਾਨ ਹਮੇਸ਼ਾ ਕੁਝ ਘਰਾਂ ਦੇ ਲਈ ਬਹੁਤ ਕੁਝ ਕਰਨ ਵਾਲਾ ਹੁੰਦਾ, ਕੁਝ ਘਰਾਂ ਦਾ ਪਾਲਣਹਾਰ ਹੁੰਦਾ। ਪਰ ਸਰਕਾਰ ਜਾਂ ਰਾਜਨੀਤੀ ਜਿਹੜੀ ਆ ਜਦੋਂ ਉਸ ਪੱਖ ਤੋਂ ਦੇਖਦੇ ਆ ਤਾਂ ਉਹਨਾਂ ਲਈ ਇਹ ਗੱਲਾਂ ਜਿਹੜੀਆਂ ਆ ਉਹ ਮਹਿਜ਼ ਨੰਬਰਸ ਨੇ। ਬਾਅਦ ਵਿੱਚ ਦਿੱਤੇ ਜਾਣ ਵਾਲੇ ਮੈਡਲਸ ਨੇ, ਅਵਾਰਡਸ ਨੇ ਤੇ ਇਹੋ ਜਿਹੀਆਂ ਸ਼ਰਧਾਂਜਲੀਆਂ ਨੇ ਜਿਹੜੀਆਂ ਅਸੀਂ ਦੇ ਰਹੇ ਹਾਂ। ਜਦੋਂ ਅਸੀਂ ਸਾਮਰਿਕ ਦ੍ਰਿਸ਼ਟੀ ਤੋਂ ਦੇਖਦੇ ਹਾਂ, ਜੀਓਗ੍ਰਾਫੀਕਲ ਦ੍ਰਿਸ਼ਟੀ ਤੋਂ ਦੇਖਦੇ ਹਾਂ, ਦੇਸ਼ ਦੇ ਪੱਖ ਤੋਂ ਦੇਖਦੇ ਹਾਂ ਤੇ ਫਿਰ ਉਹ ਇੱਕ ਵਿਜੇ ਦਿਵਸ ਆ ਕਿ ਅਸੀਂ ਉਹ ਜਿਹੜੀ ਜੰਗ ਆ
ਉਹ ਜਿੱਤ ਲਈ ਸੀ ਤੇ ਸਾਡਾ ਉੱਥੇ ਕੁਝ ਲੋਕਾਂ ਨੇ ਉਹਨਾਂ ਨੂੰ ਸ਼ਹੀਦੀ ਦਿੱਤੀ ਤੇ ਅਸੀਂ ਆਪਣੀ ਮਾਤ ਭੂਮੀ ਨੂੰ ਬਚਾ ਲਿਆ ਤੇ ਫਿਰ ਸਾਡੇ ਲਈ ਉਹ ਇੱਕ ਦਿਨ ਮਨਾਉਣ ਵਾਲਾ ਦਿਨ ਹੈ ਜਾਂ ਵਿਜੇ ਦਿਵਸ ਕਹਿ ਲੈਂਦੇ ਹਾਂ ਜੀ। ਤੇ ਬਿਲਕੁਲ ਜੀ, ਤੁਸੀਂ ਕੁਝ ਇਸ ਦੇ ਵਿੱਚ ਸ਼ਾਮਿਲ ਕਰਨਾ ਚਾਹੋ ਆਪਣੇ ਵਿਚਾਰ ਤਾਂ? ਬਿਲਕੁਲ ਪਰਮਿੰਦਰ ਜੀ, ਇਹ 22 ਸਾਲ ਦਾ ਸਮਾਂ ਹੋ ਗਿਆ ਸ਼੍ਰੀ ਅਟਲ ਬਿਹਾਰੀ ਪ੍ਰਧਾਨ ਮੰਤਰੀ ਭਾਰਤ ਦੇ ਤੇ ਉਧਰੋਂ ਨਵਾਜ਼ ਸ਼ਰੀਫ ਜੀ ਪਾਕਿਸਤਾਨ ਦੇ ਜੀ। ਉਹਨਾਂ ਨੇ ਇੱਕ ਉਪਰਾਲਾ ਕੀਤਾ ਕਿ ਦੋਨਾਂ ਦੇਸ਼ਾਂ ਦੇ ਵਿੱਚ ਅਮਨ ਹੋਣਾ ਚਾਹੀਦਾ। ਟੇਬਲ ਟਾਕ ਹੋਈਆਂ, ਸਾਰੀਆਂ ਮੀਟਿੰਗਾਂ ਹੋਈਆਂ। ਇੱਕ ਬੱਸ ਲੈ ਕੇ ਜਾਂਦੇ ਆ ਅਟਲ ਬਿਹਾਰੀ ਵਾਜਪਾਈ ਦੀ ਪਾਕਿਸਤਾਨ ਨੂੰ, ਤੇ ਇਹ ਸਾਰਾ ਜਦੋਂ ਕਾਰਗਲ ਪ੍ਰਕਰਨ ਚੱਲ ਰਿਹਾ ਸੀਗਾ, ਦੋਨਾਂ ਦੇਸ਼ਾਂ ਦੇ ਲੋਕ ਵੀ ਇੱਕ ਦੂਸਰੇ ਨੂੰ, ਕਿਉਂਕਿ ਅਕਸਰ ਨੂੰ ਭਾਰਤ ਦਾ ਹਿੱਸਾ ਹੈ ਪਾਕਿਸਤਾਨ, ਲੋਕ ਵੀ ਚਾਹੁੰਦੇ ਸੀ ਵੀ ਇਸ ਖਿੱਤੇ ਦੇ ਵਿੱਚ ਅਮਨ ਅਮਾਨ ਹੋਣਾ ਚਾਹੀਦਾ। ਇਸ ਅਮਨ ਅਮਾਨ ਦੀ ਜਿਹੜੀ ਬੱਸ ਲੈ ਕੇ ਅਟਲ ਬਿਹਾਰੀ ਵਾਜਪਾਈ ਜਦੋਂ ਪਾਕਿਸਤਾਨ ਪਹੁੰਚਦੇ ਆ ਤੇ ਸਾਰੀ ਦੁਨੀਆ ਦੀਆਂ ਨਿਗਾਹਾਂ ਉਸ ਵੇਲੇ ਇਸ ਦੋਨਾਂ ਦੇਸ਼ਾਂ ਦੀ ਕਾਰਵਾਈ ਦੇ ਉੱਤੇ ਲੱਗੀਆਂ ਹੋਈਆਂ ਸੀ। ਪਰ ਇਹਦੇ ਪਿੱਛੇ ਜਨਰਲ ਪਰਵੇਜ਼ ਮੁਸ਼ਰਫ ਇੱਕ ਜਿਹੜੀ ਆਪਣੀ ਖੁਰਾਫਾਤੀ ਦਿਮਾਗ ਦੇ ਵਿੱਚ ਗੇਮ ਖੇਡ ਰਹੇ ਸੀ, ਉਹ ਤਿਆਰੀ ਕਰ ਰਹੇ ਸੀਗੇ ਕਾਰਗਿਲ ਰਾਹੀਂ ਭਾਰਤ ਦੇ ਉੱਤੇ ਹਮਲਾ ਕਰਨ ਦੀ, ਕਿਉਂਕਿ ਉਹ ਜਿਹੜਾ ਹਮਲਾ ਹੋਇਆ ਸੀਗਾ ਉਹਦੇ ਲਈ ਵੱਡੀ ਲੰਬਾ ਸਮਾਂ ਚਾਹੀਦਾ ਸੀ ਤਿਆਰੀ ਕਰਨ ਲਈ। ਜਦੋਂ ਇਹ ਜਨਰਲ ਮੁਸ਼ਰਫ ਨੇ ਪੂਰੀਆਂ ਤਿਆਰੀਆਂ ਕਰ ਲਈਆਂ ਤੇ ਜਿਹੜੀ ਗੱਲਬਾਤ ਅਟਲ ਬਿਹਾਰੀ ਵਾਜਪਾਈ ਤਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਚੱਲਦੀ ਸੀ, ਉਸ ਨੂੰ ਉਸ ਵੇਲੇ ਬਰਾਮ ਲੱਗ ਗਿਆ ਜਦੋਂ ਕਿ ਕਾਰਗਿਲ ਦੀ ਸਾਈਡ ਤੋਂ ਪਾਕਿਸਤਾਨ ਦੀਆਂ ਫੌਜਾਂ ਨੇ ਭਾਰਤ ਉੱਤੇ ਹਮਲਾ ਕਰ ਦਿੱਤਾ। ਭਾਰਤ ਦੀਆਂ ਫੌਜਾਂ ਨੇ ਮੂੰਹ ਤੋੜ ਜਵਾਬ ਦਿੱਤਾ। ਉੱਥੇ ਹੀ ਉਹੀ ਬੋਫਰਜ ਤੋਪਾਂ ਕੰਮ ਆਈਆਂ ਜਿਹੜੀਆਂ ਪਿਛਲਾ ਲੰਬਾ ਸਮਾਂ ਵਿਵਾਦਤ ਰਹੀਆਂ ਸੀਗੀਆਂ। ਉਸ ਤੋਪਾਂ ਨੇ ਭਾਰਤ ਦੇ ਸੈਨਿਕਾਂ ਨੇ ਵੱਖ-ਵੱਖ ਐਂਗਲ ਤੋਂ ਆਪਣੇ ਦੇਸ਼ ਦੀ ਰੱਖਿਆ ਕਰਦੇ ਹੋਏ ਪਾਕਿਸਤਾਨ ਦੀ ਫੌਜ ਨੂੰ ਉੱਥੋਂ ਪਿੱਛੇ ਖਦੇੜਿਆ ਤੇ ਪਾਕਿਸਤਾਨ ਦਾ ਜਿਹੜਾ ਉਹ ਮਨਸੂਬਾ ਸੀ ਉਹ ਕਾਮਯਾਬ ਨਹੀਂ ਹੋਣ ਦਿੱਤਾ। ਇਸ ਜੰਗ ਦੇ ਵਿੱਚ ਜਦੋਂ ਬਹੁਤ ਵੱਡੇ ਪੱਧਰ ਤੇ ਫਿਰ ਸਾਡੇ ਸ਼ਹੀਦਾਂ ਦਾ, ਸਾਡੇ ਫੌਜੀਆਂ ਦਾ, ਸ਼ੋਲਡਰ ਦਾ ਜਾਨੀ ਨੁਕਸਾਨ ਵੀ ਹੋਇਆ ਤੇ ਉਸ ਦਿਵਸ ਤੋਂ ਬਾਅਦ ਜਦੋਂ ਫਿਰ ਜਿੱਤ ਪ੍ਰਾਪਤ ਹੋ ਗਈ ਭਾਰਤ ਨੂੰ, ਕਿ ਅੱਜ 22 ਸਾਲ ਦਾ ਸਮਾਂ ਹੋ ਗਿਆ, ਅੱਜ ਭਾਰਤ ਦੇ ਸਾਰੇ ਰਾਜਨੇਤਾ ਵੀ ਉਸ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਰਹੇ ਆ, ਵਿਜੇ ਦਿਵਸ ਦੇ ਰੂਪ ਵਿੱਚ ਮਨਾ ਰਹੇ ਆ। ਪੰਜਾਬ ਦੇ ਮੁੱਖ ਮੰਤਰੀ ਵੀ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਰਹੇ ਆ ਤੇ ਸਾਡੇ ਸਾਰੇ ਆਮ ਜਿਹੜੀ ਭਾਰਤ ਦੀ ਜਨਤਾ, ਹਿੰਦੁਸਤਾਨ ਦੀ ਜਨਤਾ ਆ, ਉਹਦਾ ਵੀ ਇਹਨਾਂ ਫੌਜੀ ਵੀਰਾਂ ਦਾ ਜਿਹੜੀਆਂ ਸ਼ਹਾਦਤਾਂ ਹੋਈਆਂ ਇਸ ਕਾਰਗਿਲ ਦੇ ਯੁੱਧ ਦੇ ਵਿੱਚ, ਉਹਨਾਂ ਨੂੰ ਨਮਨ ਕਰਦੇ ਆ ਤੇ ਅੱਜ ਦਾ ਜਿਹੜਾ ਵਿਜੇ ਦਿਵਸ ਇਸੇ ਲਈ ਭਾਰਤ ਦੇ ਵਿੱਚ ਮਨਾਇਆ ਜਾਂਦਾ। ਪਰਮਿੰਦਰ ਜੀ, ਮੈਂ ਇਹਨਾਂ ਦੀ ਗੱਲ ਦੱਸਣੀ ਚਾਹੁੰਦਾ ਸੀ, ਇੱਕ ਐਡ ਕਰਨੀ ਚਾਹੁੰਦਾ ਛੋਟੀ ਜੀ ਗੱਲ। ਸਾਨੂੰ ਇੱਕ ਵਾਰ ਮੌਕਾ ਮਿਲਿਆ ਲੇਹ ਲਦਾਖ ਤੋਂ ਬਾਇਆ ਸ਼੍ਰੀਨਗਰ ਵਾਪਸ ਆਉਣ ਦਾ, ਤੇ ਅਸੀਂ ਉਹ ਕਾਰਗਿਲ ਵਿਜੇ ਦਿਵਸ ਜਿਹੜਾ ਉੱਥੇ ਕਾਰਗਿਲ ਵਾਰ ਮੈਮੋਰੀਅਲ ਆ ਉਹਨੂੰ ਦੇਖਣ ਦਾ ਮੌਕਾ ਮਿਲਿਆ। ਉੱਥੇ ਆਰਮੀ ਨੇ ਬਹੁਤ ਜਗ੍ਹਾ ਦੇ ਉੱਤੇ ਆਪਣੇ ਸਲੋਗਨਸ ਲਿਖ ਕੇ ਲਾਏ ਹੋਏ ਨੇ। ਉਹਨਾਂ ਨੇ ਉੱਤੇ ਲਿਖਿਆ ਹੋਇਆ ਕਿ ਤੁਸੀਂ ਚੈਨ ਨਾਲ ਸੌਂਦੇ ਹੋ ਕਿਉਂਕਿ ਅਸੀਂ 24 ਘੰਟੇ ਜਾਗਦੇ ਹਾਂ। ਫਿਰ ਉਹਨਾਂ ਨੇ ਉੱਥੇ ਲਿਖਿਆ ਹੋਇਆ ਕਿ ਜਦੋਂ ਸਾਡੀ ਟ੍ਰੇਨਿੰਗ ਸਖਤ ਹੋਵੇ ਫਿਰ ਸਾਡੇ ਲਈ ਮੁਕਾਬਲਾ ਔਖਾ ਨਹੀਂ ਹੁੰਦਾ। ਪਰ ਜਦੋਂ ਅਸੀਂ ਉਸ ਵਾਰ ਮੈਮੋਰੀਅਲ ਦੇ ਅੰਦਰ ਜਾਂਦੇ ਹਾਂ ਤੇ ਬਹੁਤ ਇੱਕ ਦਰਦ ਵਾਲਾ ਦ੍ਰਿਸ਼ ਜਿਹੜਾ ਸਾਨੂੰ ਨਜ਼ਰ ਆਉਂਦਾ, ਛੋਟੀਆਂ ਜਿਹੜੇ ਸਟੈਚੂ ਨੇ, ਪੱਥਰ ਨੇ, ਉਹ ਲਾਏ ਹੋਏ ਨੇ ਤੇ ਉਹਨਾਂ ਬੰਦਿਆਂ ਦੇ ਨਾਮ ਲਿਖੇ ਹੋਏ ਨੇ ਜਿਹੜੇ ਉੱਥੇ ਸ਼ਹੀਦ ਹੋਏ ਤੇ ਬਹੁਤ ਵੱਡੀ ਸਾਰੀ ਗਿਣਤੀ ਆ ਉੱਥੇ। ਉਹਦੇ ਨਾਲ ਦੀ ਨਾਲ ਇਹਨਾਂ ਨੇ ਬੋਫਰਸ ਦੀ ਗੱਲ ਕੀਤੀ, ਉਹ ਵੀ ਉੱਥੇ ਪਈ ਹੋਈ ਹੈ। ਫਿਰ ਕੁਝ ਪਾਕਿਸਤਾਨ ਦੀ ਆਰਮੀ ਤੋਂ ਖੋਏ ਹੋਏ ਹਥਿਆਰ ਉੱਥੇ ਰੱਖੇ ਹੋਏ ਨੇ। ਆਰਮੀ ਹਿਸਟਰੀ ਨਾਲ ਰਿਲੇਟਡ ਕੁਝ ਬੁੱਕਸ ਨੇ ਉੱਥੇ ਮਿਲਦੀਆਂ ਨੇ, ਕੁਝ ਕੈਪਸ ਨੇ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ। ਉਹ ਜੰਗ ਦਾ ਇੱਕ ਬਾਅਦ ਵਿੱਚ ਜਿੱਤਣ ਤੋਂ ਬਾਅਦ ਅਸੀਂ ਹਾਲਾਂਕਿ ਜਿੰਨਾ ਮਰਜ਼ੀ ਗਰਵ ਮਹਿਸੂਸ ਕਰੀਏ, ਪਰ ਉਹਦਾ ਜਿਹੜਾ ਦੁੱਖਦਾਈ ਪਹਿਲੂ ਇਹੀ ਆ ਕਿ ਸ਼ਾਂਤੀ ਜਿਹੜੀ ਉਹ ਚੰਗੀ ਚੀਜ਼ ਆ ਜੰਗ ਦੇ ਨਾਲੋਂ। ਤੇ ਅੰਮ੍ਰਿਤ ਜੀ, ਆਪਾਂ ਸ਼ਰਧਾਂਜਲੀ ਦੇਤੀ ਸ਼ਹੀਦਾਂ ਨੂੰ ਤੇ ਗੱਲ ਕਰਦੇ ਹਾਂ ਅੱਜ ਦੀ ਸਿਆਸਤ ਦੀ। ਤਾਂ ਰਾਸ਼ਟਰਪਤੀ ਦਾ ਅਹੁਦਾ ਬੜਾ ਵੱਡਾ ਅਹੁਦਾ ਮੰਨਿਆ ਜਾਂਦਾ ਹੈ ਤੇ ਰਾਸ਼ਟਰਪਤੀ ਦੇ ਵਰਤਮਾਨ ਜਿਹੜੇ ਰਾਸ਼ਟਰਪਤੀ ਨੇ ਉਹਨਾਂ ਦੇ 4 ਸਾਲ ਮੁਕੰਮਲ ਹੋ ਗਏ ਨੇ ਤੇ ਨਵੇਂ ਰਾਸ਼ਟਰਪਤੀ ਲਈ ਜੋੜ ਤੋੜ ਸ਼ੁਰੂ ਹੋ ਗਿਆ। ਦੇਖੋ, ਜੋੜ ਤੋੜ ਤਾਂ ਜਿੱਦਾਂ ਉਹ ਕਹਿੰਦੇ ਆ ਕਿ ਜਦੋਂ ਕੁੜੀ ਦਾ ਜਨਮ ਹੁੰਦਾ ਉਦੋਂ ਤੋਂ ਹੀ ਉਹਦੇ ਵਿਆਹ ਦੀਆਂ ਤਿਆਰੀਆਂ ਜਿਹੜੀ ਪਰਿਵਾਰ ਆ ਉਹ ਕਰਨ ਲੱਗ ਪੈਂਦਾ। ਮਾਂ ਨੂੰ ਉਦੋਂ ਹੀ ਫਿਕਰ ਪੈ ਜਾਂਦਾ ਕਿ ਇਹਦੇ ਲਈ ਕੀ ਕਰਨਾ ਹੈ, ਕਿੱਦਾਂ ਕਰਨਾ ਹੈ। ਹਾਲਾਂਕਿ ਇੱਕ ਬੜੀ ਲੰਬੀ ਕਹਾਣੀ ਹੈ ਤੇ ਰਾਸ਼ਟਰਪਤੀ ਸਾਹਿਬ ਦੇ 4 ਸਾਲ ਪੂਰੇ ਹੋ ਗਏ ਨੇ ਤੇ ਇਸ ਅਗਲੇ ਸਾਲ ਉਹਨਾਂ ਦੀ ਜਿਹੜੀ ਇਲੈਕਸ਼ਨ ਆ ਉਹ ਹੋ ਜਾਣੀ ਆ। ਉਸ ਤੋਂ ਪਹਿਲਾਂ ਪੰਜਾਬ, ਯੂਪੀ, ਗੋਆ, ਮਣੀਪੁਰ ਤੇ ਉੱਤਰਾਖੰਡ ਦੀਆਂ ਇਲੈਕਸ਼ਨਸ ਨੇ ਤੇ ਜਿੱਦਾਂ ਅਸੀਂ ਤੇ ਦਰਸ਼ਕ ਜਾਣਦੇ ਨੇ ਕਿ ਰਾਸ਼ਟਰਪਤੀ ਦੀ ਜਿਹੜੀ ਚੋਣ ਆ ਉਹਦੇ ਵਿੱਚ ਵਿਧਾਨ ਸਭਾ ਦੇ ਜਿਹੜੇ ਮੈਂਬਰ ਆ ਉਹਨਾਂ ਦੀ ਵੀ ਕਾਊਂਟਿੰਗ ਜਿਹੜੀ ਆ ਉਹ ਕਾਊਂਟ ਹੁੰਦੀ ਆ, ਉਹਨਾਂ ਤੋਂ ਹੀ ਰਾਸ਼ਟਰਪਤੀ ਚੁਣੇ ਜਾਂਦੇ ਨੇ। ਤੇ ਜੋੜ ਤੋੜ ਤੇ ਬਿਲਕੁਲ ਲੱਗ ਰਿਹਾ ਜੀ। ਅਸੀਂ ਜਾਣਦੇ ਆ ਕਿ ਬਹੁਤ ਸਾਰੇ ਲੋਕ ਇਸ ਕੁਰਸੀ ਵੱਲ ਨੂੰ ਬੜੀਆਂ ਲਲਚਾਈਆਂ ਨਜ਼ਰਾਂ ਨਾਲ ਦੇਖਦੇ ਨੇ ਕਿਉਂਕਿ ਸਭ ਤੋਂ ਵੱਡਾ ਸੰਵਿਧਾਨਕ ਅਹੁਦਾ ਆ। ਬੀਤੇ ਦਿਨਾਂ ਦੇ ਵਿੱਚ ਜਿਹੜੀਆਂ ਕੁਝ ਮੀਟਿੰਗਸ ਹੋਈਆਂ ਉਹਨਾਂ ਦੀ ਅਸੀਂ ਬੀਤਿਆਂ 'ਚ ਗੱਲ ਵੀ ਕੀਤੀ। ਉਹਦੇ 'ਚ ਪ੍ਰਸ਼ਾਂਤ ਕਿਸ਼ੋਰ ਸੂਤਰਧਾਰ ਸੀ, ਯਸ਼ਵੰਤ ਸਿਨਹਾ ਵੀ ਉਸ ਮੀਟਿੰਗ ਦੇ ਵਿੱਚ ਹਾਜ਼ਰ ਹੋਏ ਤੇ ਹੋਰ ਵੀ ਬੀਜੇਪੀ ਨੂੰ ਛੱਡ ਕੇ ਬਹੁਤ ਸਾਰੀਆਂ ਧਿਰਾਂ ਉਹਦੇ ਵਿੱਚ ਹਾਜ਼ਰ ਹੋਈਆਂ ਤੇ ਕਨਸੋਆਂ ਸੀ ਕਿ ਸ਼ਰਦ ਪਵਾਰ ਨੂੰ ਰਾਸ਼ਟਰਪਤੀ ਬਣਾਉਣ ਦੀ ਜਿਹੜੀ ਇੱਛਾ ਆ ਉਹ
ਪ੍ਰਸ਼ਾਂਤ ਕਿਸ਼ੋਰ ਦੇਖ ਰਹੇ ਨੇ, ਕਿਉਂਕਿ ਸ਼ਰਦ ਪਵਾਰ ਵਿਰੋਧੀ ਧਿਰ ਵਿੱਚ ਬੈਠੇ ਹੋਏ ਇੱਕ ਅਜਿਹੇ ਲੀਡਰ ਨੇ ਜਿਨ੍ਹਾਂ ਦੇ ਨਾਮ ਦੇ ਉੱਤੇ ਆਮ ਤੌਰ ਤੇ ਸਹਿਮਤੀ ਜਿਹੜੀ ਆ ਉਹ ਬਣ ਸਕਦੀ ਆ। ਪਰ ਜਦੋਂ ਅਸੀਂ ਅੰਕੜਿਆਂ ਨੂੰ ਦੇਖਦੇ ਹਾਂ ਤੇ ਫਿਰ ਇਦਾਂ ਲੱਗਦਾ ਆ ਕਿ ਬੀਜੇਪੀ ਕੋਲ ਨੰਬਰਸ ਜਿਹੜੇ ਨੇ ਜ਼ਿਆਦਾ ਨੇ ਤੇ ਕੁਝ ਅਜਿਹੀਆਂ ਪਾਰਟੀਆਂ ਨੇ ਜਿਹੜੀਆਂ ਬੀਜੇਪੀ ਤੋਂ ਵੀ ਥੋੜੀ ਜਿਹੀ ਦੂਰੀ ਬਣਾ ਕੇ ਰੱਖਦੀਆਂ ਤੇ ਵਿਰੋਧੀ ਪਾਰਟੀਆਂ ਤੋਂ ਵੀ ਦੂਰੀ ਬਣਾ ਕੇ ਰੱਖਦੀਆਂ ਤੇ ਉਹਨਾਂ ਦੇ ਹਾਲਾਤ ਇਹੋ ਜਿਹੇ ਨੇ ਕਿ ਜਿਹੜੀ ਵੀ ਸਰਕਾਰ ਹੋਵੇ ਉਹਨਾਂ ਨਾਲ ਉਹ ਇੱਕ ਸਬੰਧ ਜਿਹਾ ਬਣਾ ਲੈਂਦੀਆਂ ਨੇ ਤੇ ਉਹਨਾਂ ਦੇ ਕੰਮ ਆਪਣੇ ਚੱਲੀ ਜਾਣ ਤੇ ਸਰਕਾਰ ਦੇ ਹੱਕ 'ਚ ਵੀ ਉਹ ਕਿਸੇ ਵੇਲੇ ਬੋਲ ਦਿੰਦੇ ਨੇ, ਭੁਗਤ ਸਕਦੇ ਨੇ। ਹੁਣ ਦੇਖਣਾ ਬਣੇਗਾ ਕਿ ਜੇਕਰ ਪੰਜਾਬ ਦੇ ਤੇ ਯੂਪੀ ਦੇ ਰਿਜ਼ਲਟ ਜਿਹੜੇ ਨੇ ਉਹ ਬੀਜੇਪੀ ਦੇ ਖਿਲਾਫ ਆਉਂਦੇ ਨੇ ਵੱਡੇ ਪੱਧਰ ਤੇ, ਉਸ ਤੋਂ ਬਾਅਦ ਫਿਰ ਉੜੀਸਾ ਦੇ ਵਿੱਚ ਜਿਹੜੀ ਪਾਰਟੀ ਬੀਜੂ ਜਨਤਾ ਦਲ ਹੈ, ਨਵੀਨ ਪਟਨਾਇਕ ਜੀ ਦੀ ਸਰਕਾਰ ਹੈ ਉੱਥੇ ਸ਼ਾਇਦ ਉਹਨਾਂ ਦੇ ਜਿਹੜੇ ਜੋੜ ਤੋੜ ਨੇ ਤੇ ਇਹੋ ਹੀ ਸਾਰੇ ਹਿੰਦੁਸਤਾਨ ਦੇ ਜਦੋਂ ਅੰਕੜਿਆਂ ਨੂੰ ਦੇਖਾਂਗੇ ਅਸੀਂ ਅਗਲੇ ਰਾਸ਼ਟਰਪਤੀ ਦੀ ਚੋਣ ਆ ਉਹ ਜਿਹੜੀਆਂ ਇਹ 5 ਸਟੇਟਸ ਦੀਆਂ ਚੋਣਾਂ ਹੋਣ ਵਾਲੀਆਂ ਆ ਉਹਨਾਂ ਦੇ ਉੱਤੇ ਜ਼ਿਆਦਾ ਨਿਰਭਰ ਕਰੇਗੀ। ਬਹੁਤ ਸਾਰੀਆਂ ਪਾਰਟੀਆਂ ਉਹਦੇ 'ਚ ਆਪਣਾ ਜੋੜ ਤੋੜ ਲਾਉਣਗੀਆਂ, ਕਾਫੀ ਲੰਬਾ ਸਮਾਂ ਹੈ ਹਾਲੇ, ਪਰ ਦੇਸ਼ ਦੇ ਵਿੱਚ ਇਹਦੀ ਗੱਲ ਜਿਹੜੀ ਆ ਉਹ ਜ਼ਰੂਰ ਸ਼ੁਰੂ ਹੋ ਗਈ ਹੈ, ਬਿਲਕੁਲ ਠੀਕ ਗੱਲ ਹੈ। ਦੂਸਰੀ ਗੱਲ ਇਹ ਆ ਕਿ ਰਾਸ਼ਟਰਪਤੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਹਾਲਾਂਕਿ ਉਹ ਸਭ ਤੋਂ ਵੱਡਾ ਸੰਵਿਧਾਨਕ ਅਹੁਦਾ ਆ, ਪਰ ਅਸੀਂ ਜਦੋਂ ਅਸੀਂ ਪੋਲੀਟੀਕਲ ਸਾਇੰਸ ਪੜ੍ਹਦੇ ਸੀ, ਰਾਜਨੀਤੀ ਵਿਗਿਆਨ ਦਾ ਥੋੜਾ ਬਹੁਤ ਜਾਣਕਾਰੀ ਇੱਧਰੋਂ ਉੱਧਰੋਂ ਇਕੱਠੀ ਕਰਦੇ ਸੀ ਤਾਂ ਕਿਹਾ ਜਾਂਦਾ ਕਿ ਹਾਲਾਂਕਿ ਇਹ ਸਭ ਤੋਂ ਵੱਡਾ ਅਹੁਦਾ ਆ ਪਰ ਇਹ ਬਿਲਕੁਲ ਇੱਕ ਰਬੜ ਦੀ ਮੋਹਰ ਵਰਗਾ ਹੀ ਹੈ। ਬੀਤੇ ਦੇ ਵਿੱਚ 47 ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਰਾਸ਼ਟਰਪਤੀ ਹੋਏ ਆ, ਅਬਦੁਲ ਕਲਾਮ ਆਜ਼ਾਦ ਸਾਹਿਬ ਨੂੰ ਛੱਡ ਦਈਏ ਤੇ ਉਸ ਤੋਂ ਪਹਿਲਾਂ ਜਿਹੜੇ ਸਭ ਤੋਂ ਪਹਿਲਾਂ ਰਾਸ਼ਟਰਪਤੀ ਬਣੇ ਜਾਂ ਦੂਸਰੀ ਵਾਰ ਬਣੇ, ਉਹਨਾਂ ਦਾ ਕੁਝ ਸਰੋਕਾਰ ਰਹੇ ਆ ਚੰਗੇ, ਨਹੀਂ ਤੇ ਬਹੁਤੇ ਰਾਸ਼ਟਰਪਤੀਆਂ ਨੇ ਬਿਲਕੁਲ ਹੀ ਰਬੜ ਦੀ ਮੋਹਰ ਵਾਂਗ ਹੀ ਕੰਮ ਕੀਤਾ। ਗਿਆਨੀ ਜੈਲ ਸਿੰਘ ਦੇ ਸਮੇਂ 'ਚ ਪੰਜਾਬ 'ਚ ਜੋ ਕੁਝ ਹੋਇਆ, ਬਾਅਦ ਵਿੱਚ ਉਹਨਾਂ ਨੇ ਕਿਹਾ ਕਿ ਮੈਨੂੰ ਇਹਦੇ ਲਈ ਭਰੋਸੇ 'ਚ ਵੀ ਨਹੀਂ ਲਿਆ ਗਿਆ ਤੇ ਮੈਨੂੰ ਪਤਾ ਵੀ ਨਹੀਂ ਲੱਗਿਆ। ਤੇ ਕਲਾਮ ਸਾਹਿਬ ਦਾ ਇਹ ਦੇਖਿਆ ਗਿਆ ਕਿ ਉਹਨਾਂ ਦੇ ਸਮਾਜਿਕ ਜਿਹੜੇ ਸੀਗਾ ਦ੍ਰਿਸ਼ਟੀਕੋਣ ਉਹ ਜ਼ਿਆਦਾ ਵਿਸਤਾਰਤ ਸੀਗਾ ਤੇ ਉਹਨਾਂ ਨੇ ਰਾਸ਼ਟਰਪਤੀ ਭਵਨ ਦੀ ਗਰਿਮਾ ਨੂੰ ਬਣਾਈ ਰੱਖਿਆ ਤੇ ਨਾਲ ਦੀ ਨਾਲ ਉਹਨਾਂ ਨੇ ਐਜ਼ ਏ ਸਾਇੰਟਿਸਟ ਤੇ ਐਜ਼ ਏ ਟੀਚਰ ਸਾਰੇ ਹੀ ਹਿੰਦੁਸਤਾਨ ਦੇ ਕਾਲਜਸ ਤੇ ਯੂਨੀਵਰਸਿਟੀ ਦੇ ਵਿੱਚ ਜਿੰਨਾ ਕੁ ਘੁੰਮ ਸਕੇ ਉਹਨਾਂ ਕੁ ਉਹਨਾਂ ਨੇ ਵਿਦਿਆਰਥੀਆਂ ਨਾਲ ਮਿਲਣ ਦਾ ਆਪਣਾ ਜਿਹੜਾ ਪ੍ਰੋਗਰਾਮ ਸੀ ਉਹ ਉਲੀਕਿਆ ਤੇ ਉਹਨੂੰ ਉਹਨਾਂ ਨੇ ਸਫਲ ਵੀ ਕੀਤਾ। ਬੜੇ ਡਿਸਕੋਰਸ ਲੈਕਚਰ ਉਹ ਦਿੰਦੇ ਰਹੇ। ਉਹਨਾਂ ਨੂੰ ਲੱਗਦਾ ਸੀਗਾ ਕਿ ਲੋਕਾਂ ਦੇ ਵਿੱਚ ਜਿਹੜੀ ਚੇਤਨਤਾ ਆ ਰਾਜਨੀਤੀ ਨੂੰ ਲੈ ਕੇ, ਸਾਇੰਸ ਨੂੰ ਲੈ ਕੇ, ਸਮਾਜ ਨੂੰ ਲੈ ਕੇ, ਹੋਰ ਸਾਰੀਆਂ ਚੀਜ਼ਾਂ ਨੂੰ ਲੈ ਕੇ ਆਉਣੀ ਚਾਹੀਦੀ ਹੈ। ਤੇ ਉਹਨਾਂ ਦਾ ਉਹ ਆਪ ਦੱਸਦੇ ਕਿ ਉਹਨਾਂ ਦੀ ਵਿਸ਼ ਵੀ ਸੀ ਕਿ ਮੈਂ ਚਾਹੁੰਦਾ ਹਾਂ ਕਿ ਜਦੋਂ ਮੈਂ ਅਖੀਰਲਾ ਸਾਹ ਵੀ ਲਵਾਂ ਤੇ ਮੈਂ ਕੰਮ ਕਰਦਾ ਹੋਵਾਂ। ਤੇ ਉਹ ਇੰਨੇ ਵੱਡੇ ਕਰਮਯੋਗੀ ਸੀ ਕਿ ਉਹਨਾਂ ਦੀ ਜਿਹੜੀ ਇੱਛਾ ਹੈ ਉਹ ਪੂਰੀ ਹੋਈ ਜਿੱਦਣ ਉਹ ਇੱਕ ਭਾਸ਼ਣ ਦੇ ਰਹੇ ਸੀ ਤੇ ਉਸ ਵੇਲੇ ਹੀ ਉਹਨਾਂ ਦੀ ਜਿਹੜੀ ਸਿਹਤ ਜਿਹੜੀ ਥੋੜੀ ਖਰਾਬ ਹੋਈ ਤੇ ਉਸੇ ਵੇਲੇ ਉਹਨਾਂ ਦੀ ਜਿਹੜੀ ਆ ਮੌਤ ਹੋਈ। ਸੋ ਰਾਸ਼ਟਰਪਤੀ ਦੀ ਅਗਲੀ ਚੋਣ ਕਿੱਦਾਂ ਹੁੰਦੀ ਆ ਕਿੱਦਾਂ ਨਹੀਂ, ਇਹਦੇ ਤੇ ਬਹੁਤ ਸਾਰੀਆਂ ਨਜ਼ਰਾਂ ਲੱਗੀਆਂ ਰਹਿਣਗੀਆਂ। ਸਰਕਾਰ ਚਾਹੇਗੀ ਕਿ ਉਹਨਾਂ ਦੀਆਂ ਹੋਣਗੇ ਤੇ ਵਿਪਕਸ਼ ਨੂੰ ਇਕੱਠੇ ਹੋਣ ਦਾ, ਵਿਰੋਧੀ ਧਿਰ ਨੂੰ ਇਕੱਠੇ ਹੋਣ ਦਾ ਇੱਕ ਮੌਕਾ ਵੀ ਮਿਲੇਗਾ ਜੇਕਰ ਪ੍ਰਸ਼ਾਂਤ ਕਿਸ਼ੋਰ ਤੇ ਜਿਹੜੀ ਆਲੇ ਦੁਆਲੇ ਦੀ ਉਹਦੀ ਦੀ ਇੱਕ ਕੁਝ ਮੋਤੀ ਇਕੱਠੇ ਹੋ ਰਹੇ ਨੇ ਤੇ ਹੋ ਸਕਦਾ ਹੈ ਕਿ ਬੀਜੇਪੀ ਨੂੰ ਕੋਈ ਵੱਡਾ ਡੈਂਟ ਦੇਣ 'ਚ ਕਾਮਯਾਬ ਵੀ ਹੋਣ। ਤੇ ਸ਼ਰਮਾ ਜੀ ਤੁਸੀਂ ਬੜੇ ਸੋਹਣੇ ਤਰੀਕੇ ਨਾਲ ਦੱਸ ਦਿੱਤਾ ਕਿ ਰਾਸ਼ਟਰਪਤੀ ਦੀ ਚੋਣ ਲਈ ਜੋੜ ਤੋੜ ਕਿਵੇਂ ਚੱਲ ਰਿਹਾ ਹੈ ਸਾਰਾ ਕੁਝ। ਹੋਰ ਮੁੱਦੇ ਵਿਚਾਰਦੇ ਹਾਂ ਪਰ ਇਸ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਫਿਰ ਤੋਂ ਸਵਾਗਤ ਕਰਦੇ ਹਾਂ ਤੇ ਗੁਰਨਾਮ ਸਿੰਘ ਬਿਲਗਾ ਜੀ ਤੁਹਾਡੇ ਵੱਲ ਆਈਏ ਤੇ ਗੱਲ ਕਿਸਾਨ ਸੰਸਦ ਦੀ ਚੱਲ ਰਹੀ ਹੈ। ਉਧਰ ਮੌਨਸੂਨ ਸੈਸ਼ਨ ਚੱਲ ਰਿਹਾ ਹੈ। ਰਾਹੁਲ ਗਾਂਧੀ ਟਰੈਕਟਰ ਤੇ ਪਹੁੰਚੇ ਨੇ ਸੰਸਦ ਭਵਨ। ਇਹ ਸਾਰਾ ਮਾਮਲਾ ਜਿਹੜਾ ਨਾ ਇਸ ਵੇਲੇ ਬਹੁਤ ਭਖਿਆ ਪਿਆ ਕਿਉਂਕਿ ਜੰਤਰ ਮੰਤਰ ਤੇ ਕਿਸਾਨ ਸੰਸਦ ਚੱਲ ਰਹੀ ਹੈ ਤੇ ਅੱਜ ਕਿਸਾਨ ਸੰਸਦ ਵਿੱਚ ਖਾਸ ਦਿਹਾੜਾ ਹੈ, ਉਹਦੇ ਬਾਰੇ ਚਾਨਣਾ ਪਾ ਦਿਓ। ਪਰਮਿੰਦਰ, ਆਪਾਂ ਨੂੰ ਦੇਖਣਾ ਪਊਗਾ ਕਿ 26 ਨਵੰਬਰ 2020 ਦਾ ਜਿਹੜਾ ਦਿਨ ਸੀਗਾ ਉਸ ਤੋਂ ਲੈ ਕੇ ਅੱਜ 26 ਜੁਲਾਈ ਦਾ ਦਿਨ ਆ ਗਿਆ। 8 ਮਹੀਨੇ ਦਿੱਲੀ ਦੇ ਦਰਵਾਜ਼ਿਆਂ ਤੇ ਕਿਸਾਨਾਂ ਦੇ ਅੰਦੋਲਨ ਨੂੰ ਪੂਰੇ ਹੋ ਚੁੱਕੇ ਆ। ਜਿਹੜੀ ਗੱਲ ਤੁਸੀਂ ਕਹੀ ਆ, ਭਾਰਤ ਦਾ ਮੌਨਸੂਨ ਸੈਸ਼ਨ ਚੱਲ ਰਿਹਾ ਸੰਸਦ ਦੇ ਵਿੱਚ, ਪੂਰੀ ਦੁਨੀਆ ਦੀਆਂ ਨਿਗਾਹਾਂ ਜਿੱਥੇ ਉਸ ਸੰਸਦ ਤੇ ਘੱਟ ਨੇ ਤੇ ਜਿਹੜੀ ਕਿਸਾਨਾਂ ਦੀ ਸੰਸਦ ਲੱਗੀ ਹੋਈ ਆ ਉਹ ਤੇ ਵੱਧ ਨੇ। ਭਾਵੇਂ ਕਿ ਇਹ ਬੜਾ ਲੰਬੇ ਸਮੇਂ ਤੋਂ ਸੰਸਦ ਮਾਰਚ ਦਾ ਕਿਸਾਨ ਜਥੇਬੰਦੀਆਂ ਦਾ ਪ੍ਰੋਗਰਾਮ ਬਣ ਰਿਹਾ ਸੀਗਾ, ਪਰ ਉਹਨਾਂ ਨੇ ਮੌਕੇ ਦੀ ਨਿਜਾਕਤ ਸਮਝੀ ਕਿ ਇਸ ਤਰ੍ਹਾਂ 26 ਜਨਵਰੀ ਵਾਲਾ ਘਟਨਾਕ੍ਰਮ ਸਾਡੇ ਨਾਲ ਦੁਬਾਰਾ ਨਾ ਵਾਪਰ ਜਾਵੇ। ਉਹਨਾਂ ਨੇ ਬੜੇ ਸਿਸਟਮੈਟਿਕ ਤਰੀਕੇ ਦੇ ਨਾਲ ਆਪਣੀਆਂ ਜਥੇਬੰਦੀਆਂ ਦੇ ਵਿੱਚੋਂ 5-5 ਬੰਦੇ ਲੈ ਕੇ ਜਿਹੜਾ ਉੱਥੇ ਲਿਜਾਣ ਦਾ, ਸੰਸਦ ਦੇ ਸਾਹਮਣੇ ਸੰਸਦ ਲਾਉਣ ਦਾ ਜਿਹੜਾ ਮਨ ਬਣਾਇਆ, ਜਿਹੜਾ ਪ੍ਰੋਗਰਾਮ ਲਿਖਿਆ, ਉਹ ਦਿੱਲੀ ਪੁਲਿਸ ਨੇ ਉਹਨਾਂ ਨੂੰ ਜੰਤਰ ਮੰਤਰ ਤੇ ਜਗ੍ਹਾ ਦੇ ਦਿੱਤੀ। ਪਰ ਚਰਚਾ ਦੇ ਵਿੱਚ, ਮੀਡੀਆ ਦੇ ਵਿੱਚ ਬਣੀ ਹੋਈ ਹੈ ਪਿਛਲੇ
ਕਈ ਦਿਨਾਂ ਤੋਂ ਗੱਲ ਕਿ ਜੇ ਹਿਸਾਬ ਦੇ ਨਾਲ ਸੰਸਦ ਉੱਥੇ ਕਿਸਾਨਾਂ ਵੱਲੋਂ ਚਲਾਈ ਜਾਂਦੀ ਆ ਉਹ ਸੰਸਦ ਨੇ ਜਿਹੜੀ ਭਾਰਤ ਦੀ ਸੰਸਦ ਚੱਲਦੀ ਆ ਉਹਦਾ ਰੰਗ ਫਿੱਕਾ ਪਾਤਾ। ਉੱਥੇ ਤਾਂ ਵਿਰੋਧੀ ਪਾਰਟੀਆਂ ਜਿੱਦਾਂ ਵੀ ਆਪਣਾ ਰੌਲਾ ਰੱਪਾ ਪਾ ਰਹੀਆਂ, ਜਿਹੜੇ ਕਿਸਾਨਾਂ ਵੱਲੋਂ ਵਿਪ ਜਾਰੀ ਕੀਤਾ ਗਿਆ ਸੀਗਾ ਉਹਦੇ ਮੁਤਾਬਕ ਵਿਰੋਧੀ ਧਿਰ ਵੀ ਆਪਣਾ ਪੂਰਾ ਡਟ ਕੇ ਕੰਮ ਕਰ ਰਹੀ ਆ। ਨਹੀਂ ਤਾਂ ਆਪਾਂ ਦੇਖਦੇ ਪਿਛਲੇ ਸਮੇਂ 'ਚ ਪ੍ਰਵਿੰਦਰ ਜੀ ਵਿਰੋਧੀ ਧਿਰਾਂ ਜਿਹੜੇ MP ਹੁੰਦੇ ਸੀ ਉਹ ਹਾਜ਼ਰੀ ਲਵਾਉਣ ਤੱਕ, ਜਾ ਕੇ ਬੈਠ ਕੇ ਗੱਪਾਂ ਮਾਰਨ ਤੱਕ, ਤਾਂ ਰੋਟੀ ਪਾਣੀ ਖਾ ਕੇ ਤਾਂ ਜਾਂ ਸੁੱਤੇ ਵੀ ਆਪਾਂ ਦ੍ਰਿਸ਼ ਬੜੇ ਦੇਖਦੇ ਰਹੇ ਇਹਨਾਂ ਦੇ। ਤੇ ਇਸ ਤੋਂ ਅੱਗੇ ਜੇ ਆਪਾਂ BJP ਦੀ MP ਦੀ ਗੱਲ ਕਰ ਲਈਏ ਤੇ ਉਹ ਤਾਂ ਵੱਖ-ਵੱਖ ਤਰ੍ਹਾਂ ਦੀਆਂ ਮਤਲਬ ਫਿਲਮਾਂ ਦੇਖਦੇ ਵੀ ਉੱਥੇ ਸੰਸਦ ਵਿਧਾਨ ਸਭਾ ਵਿੱਚ ਫੜੇ ਜਾਂਦੇ ਰਹੇ ਆ। ਪਰ ਕਿਸਾਨ ਸੰਸਦ ਨੇ ਜਿਸ ਤਰ੍ਹਾਂ ਉੱਥੇ ਆਪਣਾ ਇੱਕ ਮੀਡੀਆ ਦੇ ਵਿੱਚ ਛਾਪ ਛੱਡੀ ਆ, ਦੁਨੀਆ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਆ। ਉਹ ਆਪਣੇ ਹਿਸਾਬ ਦੇ ਨਾਲ ਹੀ ਕਿਸਾਨਾਂ ਦੇ ਵਿੱਚੋਂ ਇੱਕ MP ਦੇ ਤੌਰ ਤੇ ਕਿਸਾਨ ਜਥੇਬੰਦੀਆਂ ਦੇ ਵਿੱਚੋਂ ਲੀਡਰ ਉੱਠਦੇ ਆ ਤੇ ਇੱਕ ਨੂੰ ਵਿਰੋਧੀ ਧਿਰ ਬਣਾਇਆ ਜਾਂਦਾ ਆ, ਸਪੀਕਰ ਲੱਗਦਾ ਆ, ਸਪੀਕਰ ਦੇ ਨਾਲ ਡਿਪਟੀ ਸਪੀਕਰ ਲੱਗਦਾ ਆ। ਵੱਖ-ਵੱਖ ਵਿਸ਼ੇ ਤੇ ਡਿਬੇਟ ਕੀਤੀਆਂ ਜਾਂਦੀਆਂ। ਜਿਵੇਂ ਕਿ ਇੱਕ ਦਿਨ ਬੜਾ ਵਾਇਰਲ ਹੋਈ ਸੀ ਗੱਲ ਵੀ ਉੱਥੇ ਜਿਹੜਾ ਨਰਿੰਦਰ ਤੋਮਰ ਐਜ ਏ ਖੇਤੀ ਮੰਤਰੀ ਬਣਿਆ ਸੀਗਾ, ਜਦੋਂ ਉਹਨੂੰ ਉਹਦੀ ਡਿਬੇਟ ਹੁੰਦੀ ਆ ਤੇ ਉਸ ਬੰਦੇ ਨੂੰ ਕੋਈ ਜਵਾਬ ਨਹੀਂ ਆਉਂਦਾ ਤਾਂ ਉਹਨੂੰ ਇਹ ਕਹਿਣਾ ਪੈਂਦਾ ਵੀ ਮੈਂ ਕਿਸਾਨਾਂ ਦੇ ਅੱਗੇ ਆਪਣਾ ਹਥਿਆਰ ਸੱਟ ਕੇ ਤਾਂ ਮੈਂ ਆਪਣੇ ਅਹੁਦੇ ਤੋਂ ਅਸਤੀਫਾ ਦਿੰਦਾ। ਇਹ ਗੱਲ ਬੜੀ ਵਾਇਰਲ ਹੋਈ। ਉਸ ਤੋਂ ਬਾਅਦ ਜਦੋਂ ਉਹਦੀਆਂ ਵੀ ਇੰਟਰਵਿਊ ਹੋਈਆਂ ਉਹ ਕਿਸਾਨ ਦੀਆਂ ਤੇ ਉਹਨੇ ਵੀ ਇਹ ਦੱਸਿਆ ਕਿ ਜਿਸ ਤਰ੍ਹਾਂ ਮੈਂ ਇੱਕ ਭਾਵੇਂ ਕਿ ਉਸ ਵੇਲੇ ਭੂਮਿਕਾ ਹੀ ਨਿਭਾ ਰਿਹਾ ਸੀਗਾ, ਮੈਂ ਇੱਕ ਪਾਰਟ ਅਦਾ ਕਰ ਰਿਹਾ ਸੀ, ਉਸ ਵੇਲੇ ਜਦੋਂ ਮੈਂ ਉਸ ਚੀਜ਼ ਨੂੰ ਮਹਿਸੂਸ ਕੀਤਾ ਕਿ ਮੈਨੂੰ ਐਜ ਏ ਖੇਤੀ ਮੰਤਰੀ ਮੈਨੂੰ ਸਵਾਲ ਕੀਤੇ ਜਾ ਰਹੇ ਤਾਂ ਮੇਰੇ ਦਿਮਾਗ 'ਚ ਵੀ ਕੋਈ ਉਹਦਾ ਜਵਾਬ ਹੈ ਨਹੀਂ ਸੀਗਾ। ਇਸ ਕਰਕੇ ਜਿਹੜਾ ਸੰਸਦ ਦੇ ਵਿੱਚ ਸੈਸ਼ਨ ਚੱਲ ਰਿਹਾ ਉਹ ਵੀ ਇਸ ਵਾਰੀ ਜਿਹੜਾ ਪੂਰਾ ਲੋਕਾਂ ਦੇ ਵਿੱਚ ਖਿੱਚ ਦਾ ਕਾਰਨ ਬਣੂਗਾ, ਕਿਉਂਕਿ ਵਿਰੋਧੀ ਧਿਰ ਇਸ ਵੇਲੇ ਪੂਰੇ ਡਟ ਕੇ ਕੰਮ ਕਰ ਰਹੀ ਆ। ਅੱਜ 26 ਦਾ ਜਿਹੜਾ ਜੁਲਾਈ ਦਾ ਦਿਨ ਆ, 8 ਮਹੀਨੇ ਪੂਰੇ ਹੋਣ ਤੇ ਅੱਜ 200 ਬੀਬੀਆਂ ਦਾ ਜਥਾ ਪੂਰਾ ਅੱਜ ਔਰਤਾਂ ਨੂੰ ਸਮਰਪਿਤ ਅੱਜ ਇਹ ਕਿਸਾਨੀ ਸੰਸਦ ਆ। ਬੀਬੀਆਂ ਆਪਣੇ ਸਪੀਕਰ ਲਾਣਗੀਆਂ, ਬੀਬੀਆਂ ਡਿਪਟੀ ਸਪੀਕਰ ਲਾਣਗੀਆਂ ਤੇ ਬੀਬੀਆਂ ਵਿਰੋਧੀ ਧਿਰ ਵਾਲੀ ਭੂਮਿਕਾ ਅਦਾ ਕਰਨਗੀਆਂ ਤੇ ਬੀਬੀਆਂ ਜਿਹੜੀਆਂ ਸਰਕਾਰ ਵਾਲਾ ਪੱਖ ਰੱਖ ਕੇ ਤੇ ਅੱਜ ਸ਼ਾਮ ਤੱਕ ਜਿਹੜੀਆਂ ਖਬਰਾਂ ਆਉਣਗੀਆਂ ਉਹ ਰਾਜਨੀਤਿਕ ਹਲਕਿਆਂ ਵਿੱਚ, ਕਿਸਾਨੀ ਹਲਕਿਆਂ ਦੇ ਵਿੱਚ ਉਹ ਬਹੁਤ ਯਾਦਗਾਰ ਹੋਣਗੀਆਂ। ਤੇ 8 ਮਹੀਨੇ ਦੇ ਸਮੇਂ ਤੋਂ ਬਾਅਦ ਜਿੱਥੇ ਤੱਕ ਕਿਸਾਨਾਂ ਦਾ ਇਸ ਵੇਲੇ ਮਨੋਬਲ ਚਲੇ ਗਿਆ, ਪਰਮਿੰਦਰ ਜੀ ਤੁਸੀਂ ਮੰਨ ਕੇ ਚੱਲੋ ਕਿ ਜਿਹੜੀਆਂ ਸ਼ਰਮਾ ਜੀ ਨੇ ਗੱਲ ਕੀਤੀ ਕਿ ਆਉਣ ਵਾਲੇ 5 ਰਾਜਾਂ ਦੀਆਂ ਚੋਣਾਂ ਨਾ, ਉਹਦਾ ਸਮਝ ਲਓ ਸਟੈਪ ਦਰ ਸਟੈਪ ਇਹ ਮੁੱਢ ਵੱਜ ਰਿਹਾ। ਤੇ ਸ਼ਰਮਾ ਜੀ, ਕਿਸਾਨ ਸੰਸਦ ਬੀਬੀਆਂ ਦਾ ਜਿਹੜਾ ਅੱਜ ਸੈਸ਼ਨ ਚੱਲ ਰਿਹਾ ਉਹਦੇ ਬਾਰੇ ਤੁਸੀਂ ਕੁਝ ਸ਼ਾਮਿਲ ਕਰਨਾ ਚਾਹੋਗੇ ਆਪਣੇ ਵਿਚਾਰ? ਦੇਖੋ, ਮੇਰੇ ਵਿਚਾਰ ਜਿਹੜੇ ਨੇ ਉਸ ਕਿਸਾਨ ਸੰਸਦ ਨੂੰ ਲੈ ਕੇ ਤਾਂ ਹਨ ਹੀ, ਉਹਦੇ ਨਾਲ ਜੋ ਸੰਸਦ 'ਚ ਹੋ ਰਿਹਾ ਉਹ ਵੀ ਗੱਲ ਜ਼ਰੂਰੀ ਆ। ਤੇ ਇਹਨਾਂ ਦੋਨਾਂ ਨੂੰ ਛੱਡ ਕੇ ਜੋ ਹੋਣਾ ਚਾਹੀਦਾ, ਜਿਸ ਚੀਜ਼ ਦੀ ਅਸੀਂ ਆਈਡਲ ਸਟੇਟ ਦੀ ਗੱਲ ਕਰਦੇ ਹਾਂ, ਉਹ ਜ਼ਿਆਦਾ ਜ਼ਰੂਰੀ ਗੱਲ ਹੈ। ਪਹਿਲਾਂ ਤਾਂ ਦੇਖੋ 47 ਤੋਂ ਬਾਅਦ 50 ਦੇ ਵਿੱਚ ਚੋਣਾਂ ਹੁੰਦੀਆਂ ਤੇ ਹੁਣ ਤੱਕ 70-71 ਸਾਲ ਹੋ ਗਏ, ਬੜੀਆਂ 14, 15, 16, 17 ਲੋਕ ਸਭਾ ਅਸੀਂ ਦੇਖ ਲਈਆਂ, ਪਰ ਉਹਦੇ 'ਚ ਜਿਹੜੀ ਲੇਡੀਜ਼ ਦੀ ਗਿਣਤੀ ਆ, ਜਿਹੜੀ ਔਰਤਾਂ ਦੀ ਉਹਦੇ 'ਚ ਗਿਣਤੀ ਆ, ਉਹ ਹਾਲੇ ਤੱਕ ਵੀ ਡਬਲ ਡਿਜਿਟ ਤੱਕ ਨਹੀਂ ਪਹੁੰਚੀ ਪਰਸੈਂਟੇਜ ਦੀ। ਜੇ ਮੈਂ ਗੱਲ ਕਰਾਂ, ਕੁਝ ਨੰਬਰ ਆਫ ਲੇਡੀਜ਼, ਜੇ ਪੰਜਾਬ ਦੀ ਗੱਲ ਕਰੀਏ ਤਾਂ 1 ਜਾਂ 2 ਮੈਂਬਰ ਆਉਂਦੇ ਨੇ ਜਿਹੜੇ ਫੀਮੇਲ ਹੁੰਦੇ ਨੇ। ਇੱਦਾਂ ਹੀ ਪੂਰੇ ਭਾਰਤ ਦਾ ਜਿਹੜਾ ਦ੍ਰਿਸ਼ ਆ ਉਹ ਆ। ਹੁਣ ਤੱਕ ਜਦੋਂ ਅਸੀਂ ਗੱਲ ਕਰਦੇ ਹਾਂ ਮੁੜ ਕੇ ਇਸੇ ਕੈਬਨਿਟ ਦੀ ਗੱਲ ਕਰੀਏ ਤੇ ਮੇਰਾ ਖਿਆਲ ਕੁਝ ਨੰਬਰ ਆਫ MPs ਹੋਣਗੇ ਜਿਹੜੇ, ਤੇ ਅਸੀਂ ਇਹ ਬੜਾ ਮਾਣ ਮਹਿਸੂਸ ਕਰਦੇ ਹਾਂ ਕਿ ਪਹਿਲੀ ਵਾਰ ਰੱਖਿਆ ਮੰਤਰੀ ਬਣੇ ਨੇ ਜਿਹੜੇ ਉਹ ਔਰਤ ਨੇ, ਤੇ ਪਹਿਲੀ ਵਾਰ ਇੱਕ ਔਰਤ ਜਿਹੜੀ ਆ ਫਾਈਨਾਂਸ ਮਿਨਿਸਟਰ ਬਣੀ ਹੈ। ਔਰਤਾਂ ਦੀ ਜਿਹੜੀ ਗਿਣਤੀ ਆ ਉਹ ਬਹੁਤ ਘੱਟ ਆ। ਜੇ ਇਸ ਕਿਸਾਨ ਸੰਸਦ ਨੂੰ ਇਸ ਪਾਸਿਓਂ ਦੇਖਿਆ ਜਾਵੇ ਤੇ ਔਰਤਾਂ ਨੂੰ ਵੀ ਉਹਦੇ ਵਿੱਚ ਜਿਹੜੀ ਆ ਬਰਾਬਰੀ ਸੰਸਦ ਦੇ ਵਿੱਚ ਮਿਲਣੀ ਚਾਹੀਦੀ ਹੈ। 33% ਰਿਜ਼ਰਵੇਸ਼ਨ ਦਾ ਬਿੱਲ ਕਿੰਨੇ ਸਾਲਾਂ ਤੋਂ ਲਟਕਦਾ ਪਿਆ ਤੇ ਬਾਅਦ ਵਿੱਚ ਉਹ ਠੰਡੇ ਬਸਤੇ 'ਚ ਵੀ ਪੈ ਗਿਆ। ਤੇ ਇਹ ਸਰਕਾਰਾਂ ਜਿਹੜੀਆਂ ਆ ਉਹ ਬਹੁਤ ਸਾਰੇ ਕੰਮ ਇਹੋ ਜਿਹੇ ਕਰਦੀਆਂ ਨੇ ਜਿਹੜੇ ਸਿਰਫ ਔਰ ਸਿਰਫ ਉਹਨਾਂ ਨੂੰ VOTING ਵਾਲੇ ਸਿਸਟਮ ਤੋਂ ਲੈ ਕੇ ਸੂਟ ਕਰਦੇ ਹੋਣ। ਜਦੋਂ ਅੱਜ ਮੈਂ ਇੱਕ ਹੋਰ ਆਰਟੀਕਲ ਪੜ੍ਹ ਰਿਹਾ ਸੀ ਤੇ ਕੁਝ ਵਿਚਾਰਵਾਨਾਂ ਦੀ ਗੱਲ ਮੈਂ ਸੁਣੀ, ਤੇ ਗੱਲ ਉੱਤੇ ਹੋ ਰਹੀ ਸੀ ਕਿ ਕਿਸਾਨਾਂ ਨੂੰ ਵੱਖਰੀ ਸੰਸਦ ਬਣਾਉਣ ਦੀ ਲੋੜ ਹੀ ਕਿਉਂ ਪਈ। ਜਦੋਂ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੀਆਂ ਜਿਹੜੀਆਂ ਧਿਰਾਂ ਆ, ਉਹ ਸਾਰੀਆਂ ਧਿਰਾਂ ਲਗਭਗ, ਚਾਹੇ ਉਹ ਕੁਝ ਖਾਸ ਤਰ੍ਹਾਂ ਦਾ ਕੰਮ ਕਰਨ ਵਾਲੇ ਲੋਕ ਨੇ, ਚਾਹੇ ਉਹ ਕੁਝ ਖਾਸ ਤਰ੍ਹਾਂ ਦਾ ਬਿਜ਼ਨਸ ਕਰਨ ਵਾਲੇ ਲੋਕ ਨੇ, ਚਾਹੇ ਕੁਝ ਅਲੱਗ-ਅਲੱਗ ਕਮਿਊਨਿਟੀਜ਼ ਦੇ ਵਿੱਚ ਡਿਪਾਰਟਮੈਂਟ ਦੇ ਵਿੱਚ ਨੌਕਰੀ ਕਰਨ ਵਾਲੇ ਲੋਕ ਨੇ। ਟੀਚਰਾਂ ਦੀ ਆਪਣੀ ਯੂਨੀਅਨ ਆ, ਡਾਕਟਰਾਂ ਦੀ ਆਪਣੀ ਯੂਨੀਅਨ ਹੈ। ਕਹਿਣ ਨੂੰ ਤੇ ਕਿਸਾਨਾਂ ਦੀਆਂ ਬਹੁਤ ਸਾਰੀਆਂ ਯੂਨੀਅਨ ਨੇ। ਜੇ ਪੰਜਾਬ 'ਚ ਦੇਖੀਏ ਤੇ 31-32 ਯੂਨੀਅਨਸ ਨੇ। ਹਿੰਦੁਸਤਾਨ ਭਰ ਤੋਂ ਉੱਥੇ ਜਿਹੜੀਆਂ ਯੂਨੀਅਨਸ ਆਈਆਂ ਨੇ ਉਹਨਾਂ ਦੀ ਗਿਣਤੀ 500 ਤੋਂ 600 ਤੋਂ ਵੀ ਵੱਧ ਗਈ ਆ। ਪਰ ਬੇਸਿਕਲੀ ਹਾਲੇ ਤੱਕ ਇਹ ਜਿਹੜੀ ਜਮਾਤ ਆ ਇਹ ਇਕਜੁੱਟ ਨਹੀਂ ਹੈਗੀ। ਜੇ ਅਸੀਂ ਇਹਨਾਂ ਦੀ ਇਕਜੁੱਟਤਾ ਦੀ ਗੱਲ ਕਰੀਏ ਤੇ ਪ੍ਰਧਾਨ ਮੰਤਰੀ ਮੋਦੀ ਜਿਹੜਾ 2000 ਰੁਪਈਆ ਹਰ ਕਿਸਾਨ ਦੇ ਖਾਤੇ 'ਚ ਪਾਉਂਦੇ ਨੇ, ਜੇ ਉਹਨਾਂ ਦੀ ਅਸੀਂ ਗਿਣਤੀ ਕਰੀਏ ਪਰਮਿੰਦਰ ਜੀ, ਤੇ ਯੂਪੀ ਦੇ ਵਿੱਚ ਹੀ 64-65 ਲੱਖ ਕਿਸਾਨ ਖਾਤੇ ਨੇ ਜਿਨ੍ਹਾਂ ਦੇ ਵਿੱਚ ਉਹ 2000 ਰੁਪਈਆ ਜਿਹੜਾ ਮਹੀਨੇ ਦਾ ਜਾਂਦਾ। ਜੇ ਉਹਨਾਂ ਖਾਤਿਆਂ ਦੇ ਜਿਹੜੇ ਕਿਸਾਨ ਧਾਰਕ ਨੇ, ਜਿਹੜੇ ਕਿਸਾਨ ਨੇ, ਜੇ ਸਾਡੀਆਂ ਸੰਗਠਨ ਜਿਹੜੇ ਨੇ ਉਹਨਾਂ ਸਾਰਿਆਂ ਨਾਲ ਹੀ ਰਾਬਤਾ ਕਾਇਮ ਕਰ ਲੈਣ,
ਉਹਨਾਂ ਨੂੰ ਹੀ ਕਿਸਾਨ ਮੰਨ ਲੈਣ। ਤੇ ਤੁਸੀਂ ਅਗਲੀ ਗੱਲ ਇਹਦੇ ਨਾਲ ਵੀ ਸਹਿਮਤ ਹੋਵੋਗੇ ਕਿ ਸਿਰਫ ਉਹੀ ਲੋਕ ਨਹੀਂ ਹੈਗੇ, ਉਹ ਤੋਂ ਇਲਾਵਾ ਹੋਰ ਵੀ ਲੋਕ ਨੇ, ਵੱਡੇ ਕਿਸਾਨ ਵੀ ਨੇ। ਇਹ ਤਾਂ 5 ਕਿੱਲਿਆਂ ਤੋਂ ਘੱਟ ਵਾਲੇ ਕਿਸਾਨ ਨੇ। ਜੇ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਵੀ ਬਹੁਤ ਵੱਡੀ ਗਿਣਤੀ ਉਹਨਾਂ ਕਿਸਾਨਾਂ ਦੀ ਆ ਜਿਨ੍ਹਾਂ ਨੂੰ ਇਹ 2-2 ਹਜ਼ਾਰ ਰੁਪਈਆ ਜਿਹੜਾ ਆ ਉਹ ਮਿਲਦਾ। ਤੇ ਜੇ ਪੰਜਾਬ ਦੇ ਕਿਸਾਨਾਂ ਨੂੰ, ਉਹਨਾਂ ਕਿਸਾਨਾਂ ਨੂੰ ਪੰਜਾਬ ਦੀਆਂ 32 ਜਥੇਬੰਦੀਆਂ ਜਿਹੜੀਆਂ ਸਾਡੀਆਂ ਕਨਵੈਨਸ਼ਨਲ ਪੋਲੀਟੀਕਲ ਪਾਰਟੀਆਂ ਆ, ਉਹਨਾਂ ਦੀਆਂ ਸਾਰੀਆਂ ਪੁਰਾਣੀਆਂ ਗੱਲਾਂ ਨੂੰ ਸਮਝਾ ਕੇ ਇਸ ਗੱਲ ਦੇ ਵਿੱਚ ਸ਼ਾਮਲ ਕਰ ਲੈਣ ਕਿ ਤੁਸੀਂ ਇਸ ਵਾਰ ਜਿਹੜੀ ਵੋਟ ਆ ਉਹ ਸਿਰਫ ਔਰ ਸਿਰਫ ਕਿਸਾਨ ਆਗੂਆਂ ਨੂੰ ਹੀ ਪਾਉਣੀ ਆ। ਮੈਂ ਨਹੀਂ ਕਹਿੰਦਾ ਕਿ ਇਹਨਾਂ ਕਿਸਾਨਾਂ ਨੂੰ ਹੀ ਇਲੈਕਸ਼ਨ ਲੜਨੀ ਚਾਹੀਦੀ ਆ, ਪਰ ਜੇ ਕਿਸਾਨ ਯੂਨੀਅਨਸ ਜਿਹੜੀਆਂ ਆ ਉਹ ਸਟਰੋਂਗ ਹੋ ਜਾਣ, ਜੇ ਉਹ ਆਪਣੀ ਜਮਾਤ ਦੇ ਸਾਰੇ ਲੋਕਾਂ ਨੂੰ ਇਕਜੁੱਟ ਕਰ ਲੈਣ, ਤਾਂ ਫਿਰ ਇਹਨਾਂ ਨੂੰ ਜਿਹੜੀਆਂ ਵੋਟਾਂ ਆ ਉਹ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਪਤਾ ਲੱਗ ਜਾਊਗਾ ਕਿ ਆਉਣੀਆਂ ਕਿੱਥੇ ਆ ਤੇ ਜਾਣੀਆਂ ਕਿੱਥੇ ਆ। ਫਿਰ ਸੰਸਦ ਦੇ ਵਿੱਚ ਜਿੱਦਾਂ ਬੀਬੀਆਂ ਦੀ ਗਿਣਤੀ ਗਿਣੇ ਜਾਣ ਜੋਗੀ ਆ, ਇਦਾਂ ਹੀ ਕਿਸਾਨ ਸੰਸਦ ਦੇ ਵਿੱਚ ਕਿਸਾਨਾਂ ਦੀ ਗਿਣਤੀ ਵੀ ਗਿਣੇ ਜਾਣ ਜੋਗੀ ਆ। ਪਰ ਜਿੱਥੇ ਤੁਸੀਂ ਮੈਜੋਰਟੀ ਲੋਕ ਸਭਾ ਦੇ ਵਿੱਚ ਜਾਂ ਲੋਕਤੰਤਰ ਦੇ ਵਿੱਚ ਜਦੋਂ ਤੁਸੀਂ ਕਿਸੇ ਤਾਕਤ ਦੇ ਵਿੱਚ ਆਉਣਾ ਆ, ਕਿਸੇ ਗੱਲ ਨੂੰ ਆਪਣੀ ਨੂੰ ਰੱਖਣਾ ਆ, ਸਹੀ ਮੁੱਦਿਆਂ ਨੂੰ ਲੈ ਕੇ ਆਉਣਾ, ਤੇ ਫਿਰ ਤੁਹਾਨੂੰ ਜਿਹੜੀ ਆ ਮੈਜੋਰਟੀ ਉਹ ਚਾਹੀਦੀ ਹੈ। ਪੰਜਾਬ ਦੇ ਵਿੱਚ ਜਦੋਂ ਅਸੀਂ ਗੱਲ ਕਰੀਏ ਉਹਨਾਂ ਨੰਬਰ ਆਫ ਕਿਸਾਨਾਂ ਦੀ, ਤੇ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਕਾਂਗਰਸ ਦੀ ਬਣੀ ਆ, ਇਹ 60 ਤੋਂ 65 ਲੱਖ ਵੋਟਾਂ ਇਹਨਾਂ ਨੂੰ ਟੋਟਲ ਮਿਲੀਆਂ। ਤੇ ਜਿੰਨੇ ਕਿਸਾਨ ਖਾਤੇ ਨੇ, ਜੇ ਇੱਕ ਕਿਸਾਨ ਦੀਆਂ 2 ਜਾਂ 3 ਵੋਟਾਂ ਵੀ ਗਿਣ ਲਈਏ, ਜੇ ਉਹਦੀ ਅਸੀਂ ਮਲਟੀਪਲੀਕੇਸ਼ਨ ਕਰੀਏ, ਤੁਸੀਂ ਗੂਗਲ ਕਰਕੇ ਜਾਂ ਸਾਡੇ ਦਰਸ਼ਕ ਉਹਨੂੰ ਦੇਖਣ, ਜੇ 65 ਲੱਖ ਵੋਟਾਂ ਲੈ ਕੇ ਕਾਂਗਰਸ ਦੀਆਂ 70 ਸੀਟਾਂ ਆਉਂਦੀਆਂ, ਉਹ ਜਿਹੜੀ ਗਿਣਤੀ ਆ ਉਹ ਕਰੋੜ ਤੋਂ ਟੱਪ ਜਾਂਦੀ ਹੈ ਕਿਸਾਨ ਪਰਿਵਾਰਾਂ ਦੀ। ਤੇ ਫਿਰ ਜੇ ਇੰਨੀਆਂ ਵੋਟਾਂ ਕਿਸਾਨ ਜਥੇਬੰਦੀਆਂ ਨੂੰ ਪੈ ਜਾਣ ਤੇ ਕਿਸੇ ਦੂਜੇ ਨੂੰ ਇੱਕ ਵੀ ਸੀਟ ਨਹੀਂ ਮਿਲਣੀ ਹੈ, ਦਿੱਲੀ ਵਾਲੇ ਰਿਕਾਰਡ ਵੀ ਤੋੜ ਸਕਦੇ ਨੇ। ਇਹੀ ਹਾਲ ਭਾਰਤ ਦੇ ਹਰ ਸੂਬੇ ਦਾ ਹੋਵੇਗਾ। ਪਰ ਲੋੜ ਜਿਹੜੀ ਆ ਉਹ ਇਸ ਗੱਲ ਦੀ ਆ, ਕਿਸਾਨਾਂ ਨੂੰ ਇਸ ਗੱਲ ਲਈ ਅਵੇਅਰਨੈਸ ਲੈ ਕੇ ਆਉਣੀ ਪਊਗੀ ਕਿ ਦੇਖੋ ਇਹ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਨੇ, ਜੇ ਪ੍ਰਧਾਨ ਮੰਤਰੀ ਮੋਦੀ ਦੀ ਗੱਲ ਕਰੀਏ, ਅੱਜ ਉਹ ਜਿਹੜਾ MSP ਆ ਉਹ ਤੋਂ ਇਨਕਾਰੀ ਨੇ। ਜਿਸ ਦਿਨ ਇਹੀ ਮੋਦੀ ਸਾਹਿਬ ਗੁਜਰਾਤ ਦੇ ਮੁੱਖ ਮੰਤਰੀ ਸੀ ਤੇ ਕੰਜ਼ਿਊਮਰ ਅਫੇਅਰਸ ਦੀ ਇਹਨਾਂ ਦੀ ਕਮੇਟੀ ਦੇ ਮੈਂਬਰ ਸੀਗੇ, ਤੇ ਉਸ ਦਿਨ ਇਹਨਾਂ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਚਿੱਠੀ ਲਿਖੀ ਸੀ ਕਿ MSP ਜਿਹੜੀ ਆ ਉਹ ਕਾਨੂੰਨ ਬਣਨੀ ਚਾਹੀਦੀ ਹੈ। ਤੇ ਹੁਣ ਇਹੀ ਪ੍ਰਧਾਨ ਮੰਤਰੀ 10 ਸਾਲ ਬਾਅਦ ਕਹਿੰਦੇ ਨੇ ਕਿ ਜਿਹੜੀ MSP ਆ ਉਹ ਕਾਨੂੰਨ ਨਹੀਂ ਬਣ ਸਕਦੀ ਕਿਉਂਕਿ ਉਹਦੇ ਨਾਲ 2 ਲੱਖ ਕਰੋੜ ਦਾ ਸਰਕਾਰ ਤੇ ਬੋਝ ਪਊਗਾ। ਕੀ ਹੁਣ ਇਹ ਕਹਿਣਾ ਚਾਹੁੰਦੇ ਨੇ ਕਿ ਜਿੱਦਣ ਇਹਨਾਂ ਨੇ ਚਿੱਠੀ ਲਿਖੀ ਸੀ ਉਦੋਂ ਇਹਨਾਂ ਨੂੰ ਜਾਣਕਾਰੀ ਨਹੀਂ ਸੀ ਇਸ ਗੱਲ ਦੀ, ਜਾਂ ਅੱਜ ਇੱਕ ਨਵੀਂ ਜਾਣਕਾਰੀ ਮਿਲੀ ਆ? ਨਹੀਂ, ਇਦਾਂ ਬਿਲਕੁਲ ਨਹੀਂ ਆ। ਇਹਨਾਂ ਨੂੰ ਉਸ ਦਿਨ ਵੀ ਇਸ ਗੱਲ ਦੀ ਜਾਣਕਾਰੀ ਸੀ ਤੇ ਅੱਜ ਵੀ ਇਸ ਗੱਲ ਦੀ ਪੂਰੀ ਜਾਣਕਾਰੀ ਆ। ਗੱਲ ਕੀ ਆ, ਉਸ ਦਿਨ ਵਿਰੋਧ 'ਚ ਬੈਠੇ ਸੀ, ਉਸ ਦਿਨ ਕਿਸਾਨਾਂ ਦੀਆਂ ਵੋਟਾਂ ਚਾਹੀਦੀਆਂ ਸੀ, ਤੇ ਅੱਜ ਬਾਈਪੋਲਰਾਈਜੇਸ਼ਨ ਜਿਹੜੀ ਵੋਟਾਂ ਦਾ ਧਰੁਵੀਕਰਨ ਆ ਉਹ ਜਾਤ ਦੇ ਨਾਂ ਤੇ ਧਰਮ ਦੇ ਨਾਂ ਤੇ ਕਰ ਲਿਆ, ਤੇ ਹੁਣ ਇਹਨਾਂ ਨੂੰ ਲੱਗਦਾ ਕਿ ਕਿਸਾਨਾਂ ਨੂੰ ਦੇਣ ਲਈ ਸਾਡੇ ਕੋਲ ਇੰਨੇ ਪੈਸੇ ਨਹੀਂ। ਸੋ ਮੁੱਦੇ ਜਿਹੜੇ ਨੇ ਕਿਤੇ ਹੋਰ ਨੇ, ਤੇ ਜਿਹੜੀ ਸੰਸਦ ਆ ਉਹ ਕਿਸਾਨ ਆਪਣਾ ਵਿਰੋਧ ਤੇ ਬਹੁਤ ਚੰਗੇ ਤਰੀਕੇ ਨਾਲ ਦਰਸਾ ਰਹੇ ਨੇ, ਉਹ ਦਰਸਾਉਣਾ ਵੀ ਚਾਹੀਦਾ। ਪਰ ਕਿਸਾਨ ਜਥੇਬੰਦੀਆਂ ਜੇ ਇੱਕ ਇਸ ਉਪਰਾਲੇ ਤੇ ਕੰਮ ਕਰਨ, ਗੱਲ ਫਿਰ ਉਹ ਚੜੂਨੀ ਸਾਹਿਬ ਦੇ ਬਿਆਨ ਨਾਲ ਜੁੜਦੀ ਆ। ਕਿਸਾਨ ਅੰਦੋਲਨ ਦੇ ਲੋਕ ਇਸ ਗੱਲ ਨਾਲ ਜਿਹੜੇ ਆ ਰਾਬਤਾ ਨਹੀਂ ਰੱਖਦੇ ਜਾਂ ਇਸ ਗੱਲ ਨਾਲ ਸਹਿਮਤ ਨਹੀਂ ਹਨ ਕਿ ਸਾਨੂੰ ਚੋਣਾਂ ਲੜਨੀਆਂ ਚਾਹੀਦੀਆਂ। ਪਰ ਯਾਦ ਹੋਵੇਗਾ ਕਿ ਜਦੋਂ ਜੰਤਰ ਮੰਤਰ ਤੇ ਅੰਨਾ ਹਜ਼ਾਰੇ ਵਾਲਾ ਅੰਦੋਲਨ ਚੱਲਦਾ ਸੀ, ਉਦੋਂ ਕਾਂਗਰਸ ਦੇ ਵੱਡੇ ਵੱਡੇ ਮੰਤਰੀ ਕਹਿੰਦੇ ਸੀ ਜੇ ਤੁਹਾਨੂੰ ਲੋਕਪਾਲ ਚਾਹੀਦਾ ਆ, ਤੁਹਾਨੂੰ ਕੁਝ ਹੋਰ ਚਾਹੀਦਾ ਤੇ ਸੰਸਦ 'ਚ ਆਓ। ਸੋ ਜਿਹੜਾ ਅਸਲ ਤਰੀਕਾ ਆ ਉਹ ਸੱਤਾ ਪ੍ਰਾਪਤੀ ਦਾ ਹੀ ਆ, ਤੇ ਉਹਦੇ ਲਈ ਹੀ ਜ਼ੋਰ ਅਜਮਾਇਸ਼ ਜਿਹੜੀ ਆ ਉਹ ਕਰਨੀ ਪੈਣੀ। ਅੱਜ ਕਰ ਲਓ, ਚਾਹੇ ਕੱਲ ਕਰ ਲਓ, ਚਾਹੇ 70 ਸਾਲ ਬਾਅਦ ਹੋਰ ਕਰ ਲਿਓ, ਨਹੀਂ ਤਾਂ ਪਿਛਲੇ 70 ਸਾਲ ਵਾਂਗ ਅਗਲਾ ਸਮਾਂ ਵੀ ਜਿਹੜਾ ਆ ਅਜਿਹਾ ਹੀ ਰਹੇਗਾ। ਜੀ ਸ਼ਰਮਾ ਜੀ, ਜਿਹੜੇ ਵਿਚਾਰ ਤੁਸੀਂ ਸਾਂਝੇ ਕੀਤੇ ਨਾ, ਇਹਨਾਂ ਵਿਚਾਰਾਂ ਤੇ ਬਿਲਗਾ ਜੀ ਤੁਹਾਡੇ ਕੋਲੋਂ ਵੀ ਤੁਹਾਡੇ ਵਿਚਾਰ ਜਾਣਾਂਗੇ, ਪਰ ਇਸ ਬ੍ਰੇਕ ਤੋਂ ਬਾਅਦ। ਵਕਫੇ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਸਵਾਗਤ ਕਰਦੇ ਹਾਂ। ਗੁਰਨਾਮ ਸਿੰਘ ਬਿਲਗਾ ਜੀ, ਬ੍ਰੇਕ ਤੇ ਜਾਣ ਤੋਂ ਪਹਿਲਾਂ ਆਪਾਂ ਇਸ਼ਾਰਾ ਕੀਤਾ ਸੀ ਕਿ ਆਪਾਂ ਜਵਾਬ ਤੁਹਾਡੇ ਕੋਲੋਂ ਲੈਣਾ। ਸ਼ਰਮਾ ਜੀ ਨੇ ਬੜੇ ਵਿਸਥਾਰ ਨਾਲ ਉਹ ਜਾਣਕਾਰੀ ਦਿੱਤੀ ਸੀ, ਤੇ ਤੁਹਾਡੇ ਮਨ 'ਚ ਮੈਨੂੰ ਲੱਗਦਾ ਹੈ ਕਿ ਬੜੇ ਸਾਰੇ ਵਿਚਾਰ ਉਮੜ ਰਹੇ ਹੋਣੇ ਕਿਉਂਕਿ ਤੁਸੀਂ ਕਿਸਾਨ ਅੰਦੋਲਨ ਨਾਲ ਬੜੀ ਨੇੜਿਓਂ ਜੁੜੇ ਹੋਏ ਹੋ। ਪਰਮਿੰਦਰ ਜੀ, ਇਹ 'ਚ 4 ਵੱਡੇ ਅਪਡੇਟ ਨੇ। ਸਭ ਤੋਂ ਵੱਡੀ ਗੱਲ ਤੇ ਜਿਹੜੀ ਹੈਗੀ ਆ ਵੀ ਸੰਸਦ ਦੇ ਵਿੱਚ ਆਪਾਂ 12 ਦੌਰ ਦੀ ਮੀਟਿੰਗ ਜਿਹੜੀ ਆ ਉਹ ਕਿਸਾਨਾਂ ਦੀ ਸਰਕਾਰ ਦੇ ਨਾਲ ਦੇਖੀ ਆ 26 ਜਨਵਰੀ ਤੋਂ ਪਹਿਲਾਂ। ਉਸ ਵੇਲੇ ਤੱਕ ਸਰਕਾਰ ਦੇ ਮੰਤਰੀ ਪਿਊਸ਼ ਗੋਇਲ ਤੇ ਤੋਮਰ ਤੇ ਨਾਲ ਆਪਣੇ ਸੋਮ ਪ੍ਰਕਾਸ਼ ਜੀ ਫਗਵਾੜੇ ਵਾਲੇ ਇਹ ਗੱਲ ਮੰਨ ਗਏ ਸੀਗੇ ਵੀ ਜਿਹੜੇ 2 ਡਰਾਫਟਸ ਤਿਆਰ ਕੀਤੇ ਨੇ, ਇੱਕ ਬਿਜਲੀ ਅਮੈਂਡਮੈਂਟ ਬਿੱਲ ਤੇ ਇੱਕ ਪੋਲਿਊਸ਼ਨ ਦਾ ਜਿਹੜਾ ਇੱਕ ਬਿੱਲ ਸੀਗਾ, ਵੀ ਇਹਨਾਂ ਤੇ ਅਸੀਂ ਗੌਰ ਕਰਾਂਗੇ ਔਰ ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ ਹੀ ਸੰਸਦ ਵਿੱਚ ਪੇਸ਼ ਨਹੀਂ ਕਰਾਂਗੇ। ਤੇ ਇਹ ਗੱਲ ਤੇ ਸਹਿਮਤੀ ਬਣ ਗਈ ਸੀ ਮੀਟਿੰਗਾਂ ਦੇ ਵਿੱਚ। ਪਰ ਇਸ ਜਿਹੜਾ ਸੈਸ਼ਨ ਦੇ ਵਿੱਚ
ਉਹ ਬਿਜਲੀ ਸੋਧ ਬਿੱਲ ਵੀ ਜਿਹੜੀ ਸਰਕਾਰ ਉਹ ਪੇਸ਼ ਕਰ ਰਹੀ ਆ ਜੀ ਤੇ ਜਿਹਦੇ ਵਿੱਚ ਜਥੇਬੰਦੀਆਂ ਨੇ, ਖਾਸ ਕਰਕੇ ਕਿਸਾਨ ਜਥੇਬੰਦੀਆਂ ਨੇ ਬਹੁਤ ਵੱਡੇ ਇਤਰਾਜ਼ ਲਾਏ ਸੀ ਵੀ ਕਿਸਾਨੀ ਨੂੰ ਇਹ ਜਿਹੜੇ ਤੁਹਾਡੇ ਨਵੇਂ ਸੋਧ ਬਿੱਲ ਆ ਉਹ ਕਿੱਦਾਂ ਪ੍ਰਭਾਵਿਤ ਕਰਨਗੇ। ਕਿਸਾਨੀ ਤਾਂ ਪਹਿਲਾਂ ਬਹੁਤ ਘਾਟੇ ਜਾ ਰਹੀ ਆ। ਵੱਖ-ਵੱਖ ਸਮਿਆਂ ਤੇ ਸਰਕਾਰਾਂ ਨੇ ਜਿੱਦਾਂ ਦੀਆਂ ਨੀਤੀਆਂ ਦਿੱਤੀਆਂ ਕਿਸਾਨਾਂ ਨੂੰ, ਉਹਦੇ ਨਾਲ ਤਾਂ ਕਿਸਾਨ ਜਿਹੜਾ ਸੀਗਾ ਉਹ ਲੱਖਾਂਪਤੀ ਤੋਂ ਕਰਜ਼ਾਈ ਹੋ ਗਿਆ। ਕਰਜ਼ਾਈ ਵੀ ਕੀ ਗਾਂ ਫੇ ਉਹਦੇ ਸਿਰ ਕਰਜ਼ੇ ਬੜੇ ਚੜ ਗਏ। ਆਪਾਂ ਦੇਖਿਆ ਆਤਮ ਹੱਤਿਆ ਕਿੱਡੇ ਵੱਡੇ ਪੱਧਰ ਤੇ ਹੁੰਦੀਆਂ। ਸਰਕਾਰ ਮੰਨ ਗਈ ਸੀ ਵੀ ਅਸੀਂ ਨਹੀਂ ਪੇਸ਼ ਕਰਾਂਗੇ ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ, ਪਰ ਸਰਕਾਰ ਉਹ ਪੇਸ਼ ਕਰ ਰਹੀ ਆ। ਮੁਲਾਜ਼ਮ ਜਥੇਬੰਦੀਆਂ ਜਿਹੜੇ ਬਿਜਲੀ ਡਿਪਾਰਟਮੈਂਟ ਦੇ ਵਿੱਚ ਹੈਗੇ ਆ ਉਹ ਵੀ ਸਾਰੇ ਵਿਰੋਧ ਕਰ ਰਹੇ ਆ, ਪਰ ਸਰਕਾਰ ਦਾ ਪੱਖ ਹੈ ਕਿ ਜਿਸ ਤਰ੍ਹਾਂ ਮੁਕਾਬਲੇਬਾਜ਼ੀ ਦੀ ਦੌਰ ਵਿੱਚ ਮਾਰਕੀਟ ਦੇ ਵਿੱਚ ਜਦੋਂ ਕੰਜ਼ਿਊਮਰ ਨੂੰ ਇਸ ਗੱਲ ਦੀ ਖੁੱਲ੍ਹ ਹੋਊਗੀ ਕਿ ਜਿਵੇਂ ਮੋਬਾਈਲ ਵਾਲੀਆਂ ਕੰਪਨੀਆਂ ਆ ਜਾਂ ਉਹ ਦੂਰ ਸੰਚਾਰ ਵਾਲੇ ਹੋਰ ਸਾਧਨ ਆ, ਉਹਦੇ ਤੇ ਜਿਹੜੀ ਕੰਪਨੀ ਦਾ ਚੰਗਾ ਲੱਗਦਾ ਆਪਾਂ ਰੀਚਾਰਜ ਕਰਾਣੇ, ਜਿਹੜੀ ਚੀਜ਼ ਦਾ ਚੰਗਾ ਲੱਗਦਾ ਆ ਤੇ ਉਹ ਆਪਾਂ ਸੇਵਾ ਸੁਵਿਧਾ ਲੈਂਦੇ ਆ। ਵੀ ਇਹ ਜਿਹੜਾ ਨਵਾਂ ਐਕਟ ਆਊਗਾ ਇਹਦੇ ਨਾਲ ਕੰਜ਼ਿਊਮਰ ਕੋਲ ਆਪਸ਼ਨ ਹੋਊਗੀ ਵੀ ਕਿਹੜੀ ਕੰਪਨੀ ਤੋਂ ਤੁਸੀਂ ਆਪਣੀ ਸਪਲਾਈ ਲੈਣੀ ਆ ਤੇ ਕਿਸ ਭਾਅ ਤੁਹਾਨੂੰ ਸਸਤੀ ਮਿਲਦੀ, ਵੀ ਮੁਕਾਬਲੇਬਾਜ਼ੀ ਵਿੱਚ ਲੋਕਾਂ ਨੂੰ ਵੱਧ ਫਾਇਦਾ ਹੋਊਗਾ। ਪਰ ਇਹ ਜਦੋਂ ਕਰਦੇ ਆ ਵੀ ਦੇਖਿਆ ਤੇ ਇਹੀ ਜਾ ਰਿਹਾ ਵੀ ਸਰਕਾਰ ਜਿਹੜੀ ਆ ਹੌਲੀ ਹੌਲੀ ਸਾਰਾ ਕੁਝ ਪ੍ਰਾਈਵੇਟਾਈਜੇਸ਼ਨ ਕਰਕੇ ਤੇ ਆਪਣੇ ਜਿਹੜੇ ਆ ਮੋਢਿਆਂ ਤੋਂ ਭਾਰ ਲਾਉਣਾ ਚਾਹੁੰਦੀ ਆ। ਇਹ ਵੱਡਾ ਬਿੱਲ ਆ ਰਿਹਾ। ਦੂਸਰੀ ਸਭ ਤੋਂ ਵੱਡੀ ਜਿਹੜੀ ਖਬਰ ਆ ਰਹੀ ਆ ਕਿ ਰੁਲਦੂ ਸਿੰਘ ਮਾਨਸਾ ਨੇ ਕੋਈ ਸਿੱਖ ਸਿਆਸਤ ਨੂੰ ਲੈ ਕੇ ਕੋਈ ਦਿੱਤਾ ਬਿਆਨ, ਉਹਦੇ ਤਹਿਤ ਜਿਹੜੀ ਅੱਜ ਦੀ ਖਬਰ ਆਈ ਆ ਕਿ ਉਹਨਾਂ ਨੂੰ 15 ਦਿਨ ਲਈ ਮੁਅੱਤਲ ਕਰ ਦਿੱਤਾ ਗਿਆ। ਆਪਾਂ ਦੇਖਦੇ ਆ ਕਿ ਇਸ ਜਿਹੜਾ ਕਿਸਾਨੀ ਸੰਘਰਸ਼ ਚੱਲ ਰਿਹਾ ਆ ਇਹਦੇ ਵਿੱਚ ਸਮੇਂ-ਸਮੇਂ ਤੇ ਚਾਹੇ ਉਹ ਕਿਸਾਨ ਲੀਡਰ ਆ ਤੇ ਚਾਹੇ ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਇਸ ਅੰਦੋਲਨ ਦੇ ਵਿੱਚ ਨਿਰਸਵਾਰਥ ਜਿਹੜਾ ਸਾਥ ਦੇ ਰਹੀਆਂ, ਸਾਰਿਆਂ ਨੂੰ ਇਸ ਗੱਲ ਦਾ ਥੋੜਾ ਜਿਹਾ ਸੰਜਮ ਰੱਖਣਾ ਚਾਹੀਦਾ ਆ ਵੀ ਜਿਹਦੇ ਨਾਲ ਘੱਟੋ ਘੱਟ ਕਿਸਾਨੀ ਅੰਦੋਲਨ ਜਿਹੜਾ ਬੈਠਾ ਆ ਜਾਂ ਜਿਹੜੀਆਂ ਕਿਸਾਨੀ ਅੰਦੋਲਨ ਤੇ ਲੋਕਾਂ ਦੀਆਂ ਆਸਾਂ ਲੱਗੀਆਂ ਉਸ ਅੰਦੋਲਨ ਨੂੰ ਨੁਕਸਾਨ ਨਾ ਹੋਵੇ। ਚਾਹੇ ਲੀਡਰ ਬਿਆਨ ਦਿੰਦੇ ਆ ਉਹਨਾਂ ਨੂੰ ਵੀ ਇਸ ਗੱਲ ਦੀ ਆਪਣੀ ਜਾਬਤਾ ਰੱਖਣਾ ਚਾਹੀਦਾ ਆ ਤੇ ਜਿਹੜੀਆਂ ਜਥੇਬੰਦੀਆਂ ਆ ਉਹਨਾਂ ਨੂੰ ਵੀ ਇਸ ਗੱਲ ਦਾ ਰੱਖਣਾ ਚਾਹੀਦਾ ਵੀ ਕਿਤੇ ਨਾ ਕਿਤੇ ਜਿਹੜੇ ਲੀਡਰ ਮੋਹਰੇ ਹੋ ਕੇ ਕੰਮ ਕਰ ਰਹੇ ਆ ਉਹਨਾਂ ਨੂੰ ਕਿਸੇ ਢੰਗ ਤਰੀਕੇ ਦੇ ਨਾਲ ਆਪਣਾ ਰੋਸ ਵੀ ਜ਼ਾਹਰ ਕਰ ਦਿੱਤਾ ਜਾਵੇ, ਪਰ ਅੰਦੋਲਨ ਦੇ ਉੱਤੇ ਅਸਰ ਨਾ ਪਵੇ। ਲੋਕਾਂ ਦੇ ਵਿੱਚ ਜਿਹੜੀ ਅੰਦੋਲਨ ਪ੍ਰਤੀ ਜਿਹੜੀ ਗੱਲ ਆ ਉਹ ਜਿਹੜੀ ਆ ਗਲਤ ਨਾ ਚਲੀ ਜਾਵੇ, ਮੈਸੇਜ ਗਲਤ ਨਾ ਜਾਵੇ। ਇੱਕ ਸਭ ਤੋਂ ਵੱਡੀ ਗੱਲ ਆ ਰਹੀ ਆ ਵੀ ਨਵਜੋਤ ਸਿੰਘ ਸਿੱਧੂ ਨੇ ਆਪਣੇ ਭਾਸ਼ਣ 'ਚ ਇੱਕ ਦਿਨ ਕਿਹਾ ਸੀਗਾ ਪਿਆਸਾ ਚੱਲ ਕੇ ਜਿਹੜਾ ਆ ਉਹ ਖੂਹ ਦੇ ਕੋਲ ਜਾਂਦਾ ਆ। ਉਹਦੇ ਸ਼ਬਦਾਂ ਦੇ ਵਿੱਚ ਕਹਿਣ ਦੇ ਵਿੱਚ ਜਿਹੜਾ ਸੀਗਾ ਉਹ ਚੋਂ ਇਹ ਨਿਕਲ ਕੇ ਆ ਰਿਹਾ ਵੀ ਕਿਸਾਨ ਮੇਰੇ ਕੋਲ ਆਉਣ, ਪਰ ਉਹਨੇ ਸਪਸ਼ਟੀਕਰਨ ਦੇ ਦਿੱਤਾ ਵੀ ਕਿਸਾਨਾਂ ਨੂੰ ਮੈਂ ਨਹੀਂ ਕਹਿੰਦਾ ਵੀ ਮੈਂ ਤਾਂ ਨੰਗੇ ਪੈਰੀ ਜਾਣ ਨੂੰ ਤਿਆਰ ਆ। ਪਰ ਮੈਂ ਦੇਖਿਆ ਅੱਜ ਦੀਆਂ ਅਖਬਾਰਾਂ ਵਿੱਚ ਵੀ ਬਹੁਤ ਕਿਸਾਨ ਲੀਡਰਾਂ ਦੇ ਵੀ ਉਦੋਂ ਦੇ ਸੋਸ਼ਲ ਮੀਡੀਆ ਤੇ ਵੀ ਬਿਆਨ ਆ ਰਹੇ ਆ, ਅਖਬਾਰਾਂ 'ਚ ਵੀ ਬਿਆਨ ਆਏ ਆ ਵੀ ਸਿੱਧੂ ਚੀਜ਼ ਕੀ ਆ, ਅਸੀਂ ਕਿਹੜੀ ਹੈਸੀਅਤ ਉਹਦੇ ਕੋਲ ਜਾਈਏ। ਦੇਖੋ ਕਿਸਾਨ ਜਥੇਬੰਦੀਆਂ ਇਹ ਗੱਲ ਮੰਨ ਲੈਣ ਵੀ ਜਿਹੜੇ ਦਿੱਲੀ ਦੇ ਬਾਰਡਰਾਂ ਦੇ ਲੋਕ ਬੈਠੇ ਆ ਉਹਦੇ ਵਿੱਚ ਅਕਾਲੀ ਦਲ ਦੇ ਵੀ ਲੋਕ ਆ, ਉਹ 'ਚ ਕਾਂਗਰਸ ਦੇ ਵੀ ਲੋਕ ਆ, ਉਹ 'ਚ ਆਮ ਆਦਮੀ ਪਾਰਟੀ ਦੇ ਲੋਕ ਆ, ਤਾਂ ਵੱਖ-ਵੱਖ ਜਿਹੜੀਆਂ ਹੋਰ ਸਿਆਸੀ ਧਿਰਾਂ ਆ ਉਹਨਾਂ ਨਾਲ ਜੁੜੇ ਹੋਏ ਵੀ ਲੋਕ ਉੱਥੇ ਬੈਠੇ ਆ। ਵੀ ਕਿਤੇ ਨਾ ਕਿਤੇ ਜੇ ਕਿਸੇ ਦਾ ਕੋਈ ਬਿਆਨ ਆ ਵੀ ਜਾਂਦਾ ਤਾਂ ਉਹਨੂੰ ਇੰਨਾ ਜ਼ਿਆਦਾ ਖਲਾਰਾ ਨਹੀਂ ਪਾਉਣਾ ਚਾਹੀਦਾ ਕਿ ਜਿਹਦਾ ਆਪਾਂ ਗੱਲ ਪਹਿਲਾਂ ਕਰਦੇ ਵੀ ਅੰਦੋਲਨ ਨੂੰ ਨੁਕਸਾਨ ਨਹੀਂ ਹੋਣਾ ਚਾਹੀਦਾ। ਇਸ ਵੇਲੇ ਜਿਹੜੀ ਗੱਲ ਉਹ ਕਰ ਰਹੇ ਨਾ ਵੀ ਨਵਜੋਤ ਸਿੰਘ ਸਿੱਧੂ ਨੇ ਕੇਸ ਹੱਥ 'ਚ ਗਿਆ, ਪਰਮਿੰਦਰ ਹਾਲਾਤ ਇਸ ਵੇਲੇ ਪੰਜਾਬ ਦੇ ਹਰਿਆਣੇ ਦੇ ਇਦਾਂ ਦੇ ਬਣੇ ਹੋਏ ਆ, ਕਿਸੇ ਲੀਡਰ ਦੀ ਕੋਈ ਹਿੰਮਤ ਨਹੀਂ ਹੈ ਵੀ ਉਹ ਕਿਸਾਨ ਜਥੇਬੰਦੀਆਂ ਦੇ ਖਿਲਾਫ ਬੋਲ ਜਾਵੇ ਜਾਂ ਕਿਸਾਨੀ ਅੰਦੋਲਨ ਦੇ ਖਿਲਾਫ ਬੋਲ ਜਾਵੇ। ਕਿਸਾਨਾਂ ਨੇ ਜਿਹੜੀ ਹੈ ਇਸ ਵੇਲੇ ਬੀਜੇਪੀ ਨੂੰ, ਜੋ ਸਹਿਯੋਗੀ ਪਾਰਟੀਆਂ ਨੂੰ ਇਸ ਵੇਲੇ ਜ਼ਮੀਨੀ ਹਕੀਕਤ ਦਿਖਾਈ ਹੋਈ ਆ, ਇਸ ਕਰਕੇ ਕੋਈ ਵੀ ਲੀਡਰ ਜਿਹੜਾ ਉਹ ਕਿਸਾਨੀ ਦੇ ਖਿਲਾਫ ਨਹੀਂ ਬੋਲ ਸਕਦਾ। ਤੇ ਇਹ ਨਵਜੋਤ ਸਿੱਧੂ ਨੇ ਆਪਣਾ ਸਪਸ਼ਟੀਕਰਨ ਦੇ ਦਿੱਤਾ ਆ ਤੇ ਜਿਹੜੇ ਜਥੇਬੰਦੀਆਂ ਵਾਲੇ ਆ ਉਹਨਾਂ ਨੂੰ ਵੀ ਇਹ ਗੱਲ ਸੋਚ ਲੈਣੀ ਚਾਹੀਦੀ ਆ ਕਿ ਇਹ ਜਿਹੜੀ ਬਿਆਨਬਾਜ਼ੀ ਆ ਜਾਂ ਕਿਸੇ ਤੇ ਦੁਬਾਰਾ ਤੁਹਮਤਬਾਜ਼ੀ ਕਰਨ ਨਾਲ ਅੰਦੋਲਨ ਦਾ ਜਿਹੜਾ ਉਹ ਨੁਕਸਾਨ ਹੋ ਸਕਦਾ। ਦੂਸਰੀ ਸਭ ਤੋਂ ਵੱਡੀ ਗੱਲ ਆ ਵੀ ਜਿਸ ਤਰ੍ਹਾਂ ਇਸ ਅੰਦੋਲਨ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਇਸ ਵੇਲੇ ਆਪਣੀ 2007 ਦੀ ਜਿਹੜੀ ਲੜਾਈ ਦੇਖ ਰਹੀਆਂ ਆ ਉਹ ਬਹੁਤ ਵੱਡੀ ਗਲਤਫਹਿਮੀ 'ਚ ਹੈ, ਬਹੁਤ ਵੱਡਾ ਉਹ ਇਸ ਵੇਲੇ ਭਰਮ ਪਾਲ ਰਹੀਆਂ। ਕਿਸਾਨ ਜਥੇਬੰਦੀਆਂ ਇਸ ਵੇਲੇ ਪੂਰੀ ਤਨਦੇਹੀ ਦੇ ਨਾਲ ਇਹ ਗੱਲ ਕਹਿ ਰਹੀਆਂ ਕਿ ਸਾਡਾ ਮਕਸਦ ਦਿੱਲੀ ਤੋਂ, ਦਿੱਲੀ ਸਰਕਾਰ ਤੋਂ, ਯੂਨੀਅਨ ਗਵਰਨਮੈਂਟ ਤੋਂ ਆਪਣੀਆਂ ਮੰਗਾਂ ਜਿਹੜੀਆਂ ਹੀ ਰੱਖੀਆਂ ਹੋਈਆਂ ਆ, MSP ਦਾ ਤੇ 3 ਜਿਹੜੇ ਕਾਨੂੰਨ ਬਣੇ ਹੋਏ ਨੇ ਉਹਦੇ ਮੁਤਾਬਕ ਅਸੀਂ ਆਪਣੀ ਜਿੱਤ ਵੱਲ ਨੂੰ, ਆਪਣੇ ਨਿਸ਼ਾਨੇ ਵੱਲ ਨੂੰ ਵਧ ਰਹੇ ਹਾਂ। ਜੇ ਕੋਈ ਧਿਰ ਸਾਡੇ ਤੋਂ ਇਹ ਆਸ ਲਾ ਕੇ ਬੈਠੀ ਹੋਵੇ ਵੀ ਸ਼ਾਇਦ ਕਿਸਾਨੀ ਬੋਰਡ ਦੇ ਨਾਲ ਅਸੀਂ ਕੋਈ ਆਪਣਾ ਜਿਹੜਾ ਕੁਰਸੀ ਜਿਹੜੀ 2022 ਦੀ ਉਹਨੂੰ ਹੱਥ ਪਾ ਲਾਂਗੇ ਜਾਂ ਕੁਰਸੀ ਤੇ ਬੈਠ ਜਾਾਂਗੇ, ਇਹ ਬਹੁਤ ਵੱਡਾ ਭੁਲੇਖਾ ਹੋਊਗਾ। ਭਾਵੇਂ ਕਿ ਗੁਰਨਾਮ ਸਿੰਘ ਝੜੂਨੀਆ ਵੱਲੋਂ ਜਦੋਂ ਸ਼ਰਮਾ ਜੀ ਦੱਸਿਆ ਕਿ ਬਿਆਨ ਵੀ ਆਏ ਨੇ ਵੀ ਇਲੈਕਸ਼ਨਾਂ 'ਚ ਜਾਣਾ ਚਾਹੀਦਾ, ਪਰ ਜਿਹੜੀ ਮੇਰੀ ਉੱਥੇ ਕਿਸਾਨਾਂ ਦੇ ਨਾਲ, ਲੀਡਰਾਂ ਦੇ ਨਾਲ ਗੱਲ ਹੋਈ, ਉਹਨਾਂ ਦਾ ਇੱਕ ਮਕਸਦ ਆ ਵੀ ਜੇ ਅਸੀਂ ਪੰਜਾਬ ਦੀ ਇਲੈਕਸ਼ਨ 'ਚ ਉਲਝ ਗਏ ਤਾਂ ਫਿਰ ਜਿਹੜਾ ਕਿਸੇ ਹਾਲਤ ਵਿੱਚ ਵੀ ਸਾਡਾ ਅੰਦੋਲਨ ਜਿਹੜਾ ਉਹ ਹਾਰ ਜਾਊਗਾ। ਇਹ ਜਿਹੜੀਆਂ 2-3 ਗੱਲਾਂ ਹੋਈਆਂ ਆ ਅੰਦੋਲਨ ਦੇ ਵਿੱਚ, ਇਹ ਵੱਡੀਆਂ ਹੋਈਆਂ ਆ। ਤੇ ਅੱਜ ਦਾ ਜਿਹੜਾ ਚਾਹੇ ਰਾਹੁਲ ਗਾਂਧੀ ਉੱਥੇ ਟਰੈਕਟਰ ਤੇ ਜਾਂਦਾ ਤੇ ਚਾਹੇ ਉੱਥੇ ਬਾਕੀ ਜਿਹੜੇ ਲੀਡਰ ਆ ਪੰਜਾਬ ਦੇ MP ਬਾਜਪਾ ਜਾਂ ਸਾਰੇ ਇਸ ਵੇਲੇ ਕਿਸਾਨੀ ਅੰਦੋਲਨ ਨੂੰ ਲੈ ਕੇ ਆਪਣਾ ਰੋਲ ਅਦਾ ਕਰ ਰਹੇ ਆ। ਪਰਮਿੰਦਰ ਜੀ ਕਿਤੇ ਨਾ ਕਿਤੇ ਰਾਜਨੀਤਿਕ ਲੋਕ ਜਿਹੜੇ ਆ ਉਹ ਆਪਣੀ ਰਾਜਨੀਤਿਕ ਰੋਟੀ ਹੀ ਸੇਕਣਾ ਚਾਹੁੰਦੇ ਆ, ਪਰ ਫਿਰ ਵੀ
ਜੇ ਕੋਈ ਸਾਥ ਦੇ ਰਿਹਾ ਅੰਦੋਲਨ ਦਾ ਤਾਂ ਮੇਰਾ ਆਪਣਾ ਨਿੱਜੀ ਵਿਚਾਰ ਆ ਵੀ ਉਹਦਾ ਸਾਥ ਲੈ ਲੈਣਾ ਚਾਹੀਦਾ। ਠੀਕ ਹੈ, ਤੁਸੀਂ ਇੱਕ ਆਪਣਾ ਡੈਕੋਰਮ ਬਣਾਇਆ ਹੋਇਆ ਵੀ ਅਸੀਂ ਆਪਣੀ ਸਟੇਜ ਤੋਂ ਕਿਸੇ ਨੂੰ ਸੰਬੋਧਨ ਨਹੀਂ ਕਰਨ ਦੇਣਾ, ਜੇ ਕਿਸੇ ਨੇ ਆਣ ਕੇ ਬੈਠਣਾ ਤੇ ਸਾਡੇ ਆਣ ਕੇ ਪਿੱਛੇ ਥੱਲੇ ਦਰੀ ਤੇ ਬੈਠ ਸਕਦਾ। ਇਹ ਚੀਜ਼ਾਂ ਦਾ ਖਿਆਲ ਰੱਖਦੇ ਹੋਏ ਜੇ ਕੋਈ ਸਾਥ ਦਿੰਦਾ ਆ ਤੇ ਕਿਸਾਨੀ ਅੰਦੋਲਨ ਵਿੱਚ ਉਹਨਾਂ ਨੂੰ ਸਾਥ ਲੈ ਲੈਣਾ ਚਾਹੀਦਾ। ਦੇਖੋ ਬਿਲਗਾ ਜੀ ਨੇ ਜਿਹੜੀ ਗੱਲ ਕਹੀ ਉਹਦੇ 'ਚ ਥੋੜੀ ਜਿਹੀ ਗੱਲ ਮੈਂ ਕਰਨੀ ਚਾਹੁੰਦਾ। ਮੈਂ ਨਹੀਂ ਕਹਿੰਦਾ ਕਿ ਕਿਸਾਨ ਅੰਦੋਲਨ ਜਿਹੜਾ ਆ ਉਹ ਅੰਦੋਲਨ ਨੂੰ ਛੱਡ ਦੇਣ ਜਾਂ ਚੜੂਨੀ ਸਾਹਿਬ ਦੀ ਗੱਲ ਸੁਣ ਕੇ ਪੰਜਾਬ ਦੀ ਸਿਆਸਤ 'ਚ ਆ ਜਾਣ ਤੇ ਚੋਣਾਂ ਲੜਨ, ਪਰ ਅਲਟੀਮੇਟ ਹੱਲ ਜਿਹੜਾ ਹੈ ਉਹ ਸੱਤਾ ਪ੍ਰਾਪਤੀ ਤੋਂ ਬਿਨਾਂ ਗੱਲ ਨਹੀਂ ਹੋਣੀ। ਉਹਦੀ ਮੈਂ ਇੱਕ ਹੋਰ ਵਜ੍ਹਾ ਦੱਸਦਾ। ਜਿੱਦਾਂ ਹੁਣੇ ਇਹਨਾਂ ਨੇ ਦੱਸਿਆ ਕਿ ਬਿਜਲੀ ਬਿੱਲ ਤੇ ਸਰਕਾਰ ਮੰਨ ਗਈ ਸੀ ਕਿ ਬਿਜਲੀ ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ ਜਿਹੜਾ ਉਹ ਨਹੀਂ ਪੇਸ਼ ਹੋਊਗਾ, ਪਰ ਇਸ ਸੈਸ਼ਨ ਦੇ ਜਿਹੜੇ 18 ਮੁੱਦੇ ਜਾਂ 18 ਜਾਂ 19 ਕਾਨੂੰਨ ਉਹਨਾਂ ਨੇ ਪਾਸ ਕਰਨੇ ਉਹਦੇ ਵਿੱਚ ਉਹ ਬਿੱਲ ਵੀ ਹੈ। ਭਾਵੇਂ ਉਹ ਕਹਿ ਦੇਣਗੇ ਕਿ ਅਸੀਂ ਸਬਸਿਡੀ ਜਾਰੀ ਰੱਖਾਂਗੇ, ਪਰ ਜਦੋਂ ਬਿਜਲੀ ਜਿਹੜੀ ਆ ਪ੍ਰਾਈਵੇਟਾਈਜ਼ ਉਹਨਾਂ ਨੇ ਕਰਤੀ, ਕੰਪਨੀਆਂ ਨੂੰ ਦੇਤੀ, ਦੇਖਣ ਨੂੰ ਸੋਹਣਾ ਲੱਗੇਗਾ ਕਿ ਤੁਸੀਂ A ਕੰਪਨੀ ਤੋਂ ਲੈਣੀ ਆ, B ਤੋਂ ਲੈਣੀ ਆ ਜਾਂ C ਤੋਂ ਲੈਣੀ ਆ, ਫਿਰ ਮੁੜ ਕੇ ਉਹ ਪ੍ਰੀਪੇਡ ਲੈਣੀ ਆ ਜਾਂ ਪੋਸਟਪੇਡ ਲੈਣੀ ਆ, ਤੁਸੀਂ ਆਪਣੇ ਮੋਬਾਈਲ ਨੰਬਰ ਤੋਂ ਮੈਸੇਜ ਭੇਜ ਦਿਓ ਕਿ ਸਾਨੂੰ 500 ਰੁਪਏ ਦੀ ਬਿਜਲੀ ਦੇ ਦਿਓ, ਤੁਹਾਡਾ ਮੀਟਰ ਰੀਚਾਰਜ ਹੋ ਜਾਏਗਾ। ਦੁਨੀਆ ਦੇ ਬਹੁਤ ਸਾਰੇ ਦੇਸ਼ਾਂ 'ਚ ਇਦਾਂ ਪਹਿਲਾਂ ਹੋ ਰਿਹਾ। ਪਰ ਦੇਖੋ ਅਗਲੀ ਗੱਲ, ਇਹ ਜਿਹੜੀ ਤੁਹਾਨੂੰ ਇਹ ਗੱਲ ਦੇਖਣ ਨੂੰ ਸੋਹਣੀ ਲੱਗਦੀ ਆ, ਸੁਣਨ ਨੂੰ ਵੀ ਚੰਗੀ ਲੱਗਦੀ ਹੈ, ਦਰਸ਼ਕਾਂ ਨੇ ਵੀ ਬਹੁਤ ਬਹੁਤਿਆਂ ਨੇ ਕਹਿਣਾ ਕਿ ਕੇਂਦਰ ਸਰਕਾਰ ਇੱਕ ਚੰਗਾ ਕੰਮ ਕਰ ਰਹੀ ਹੈ, ਜੇ ਬਿੱਲ ਨਹੀਂ ਵੀ ਦੇ ਹੁੰਦਾ ਜਿੰਨੀ ਕੁ ਦਿਲ ਕਰਦਾ ਉਨੀ ਕੁ ਬਿਜਲੀ ਤੁਸੀਂ ਲੈ ਲਓ, ਪਰ ਅਲਟੀਮੇਟਲੀ ਉਹਦੇ ਨਾਲ ਹੋਵੇਗਾ ਕੀ? ਜਿਹੜਾ ਸਬਸਿਡਾਈਜ਼ਡ ਸੈਕਟਰ ਹੈ ਉਹਨੂੰ ਖਤਮ ਕਰ ਦੇਣਾ। ਕਿਸਾਨਾਂ ਨੂੰ ਜਿੰਨੀ ਬਿਜਲੀ ਮਿਲ ਰਹੀ ਆ ਉਹ ਸਾਰੀ ਜਿਹੜੀ ਆ ਉਹ ਕਿਸੇ ਹੋਰ ਵੱਟੇ ਖਾਤੇ ਪੈ ਜਾਣੀ ਹੈ। ਸੋ ਪਹਿਲਾਂ ਤੁਹਾਨੂੰ ਉਹ ਦਵਾਈ ਦੂਸਰੇ ਤਰੀਕੇ ਨਾਲ ਦੇ ਰਹੇ ਸੀ, ਤੁਸੀਂ ਨਹੀਂ ਲਈ ਤੇ ਉਹ ਸ਼ੂਗਰ ਕੋਟਡ ਕਰਤੀ। ਕਿਸਾਨ ਬਿੱਲ ਤੁਸੀਂ ਫੇਲ ਪਾਸ ਕਰਾ ਕੇ ਵਾਪਸ ਆ ਜਾਓ, ਬਿਜਲੀ ਵਾਲਾ ਮਸਲਾ ਹੋਰ ਪਾਸੇ ਰੱਖ ਦਿੱਤਾ। ਉਸ ਤੋਂ ਬਾਅਦ ਉਹਨਾਂ ਕੋਲ ਹੋਰ ਵੀ ਬਿੱਲ ਤਿਆਰ ਨੇ ਜਿਨ੍ਹਾਂ ਦੇ ਵਿੱਚ ਖਾਦਾਂ ਦੀ ਵਰਤੋਂ ਦਾ ਵੀ ਤਿਆਰੀ ਹੋ ਰਹੀ ਆ ਤੇ ਜਿਹੜੀਆਂ ਦਵਾਈਆਂ ਦੀ ਵਰਤੋਂ ਆ ਉਹਨਾਂ ਦੀ ਵੀ ਤਿਆਰੀ ਹੋ ਰਹੀ ਆ। ਮੌਸਮ ਤੇ ਜਿਹੜਾ ਪਰਿਵਰਤਨ ਆ ਰਿਹਾ ਆ ਉਹ ਤੁਹਾਡੇ ਲਈ ਵੱਖਰੀ ਇੱਕ ਸਮੱਸਿਆ ਖੜੀ ਹੋਈ ਆ। ਜਦ ਤੱਕ ਤੁਸੀਂ ਇਹ ਸਾਰੀਆਂ ਚੀਜ਼ਾਂ ਨੂੰ ਕਿੰਨੀਆਂ ਗੱਲਾਂ ਨੂੰ ਲੈ ਕੇ ਕਿੰਨੀ ਵਾਰ ਆਪਾਂ ਅੰਦੋਲਨ ਕਰਕੇ ਕਿੰਨੇ ਕਾਨੂੰਨ ਅਸੀਂ ਵਾਪਸ ਕਰਵਾ ਸਕਦੇ ਹਾਂ। ਅੱਜ ਇਹ 3 ਕਾਨੂੰਨ ਨੇ, ਅਗਲੀ ਵਾਰ ਕੁਝ ਹੋਰ ਨੇ, ਉਸ ਤੋਂ ਬਾਅਦ ਇਹ ਖਾਦਾਂ ਵਾਲਾ ਵੀ ਆ ਰਿਹਾ ਜੀ, ਪ੍ਰਦੂਸ਼ਣ ਵੱਖਰੀ ਗੱਲ ਆ। ਔਰ ਸਹੀ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਕਿਸਾਨਾਂ ਦੇ ਐਂਗਲ ਤੋਂ ਭਾਵੇਂ ਬੁਰੀਆਂ ਲੱਗਣਗੀਆਂ, ਤੁਸੀਂ ਦੂਜੇ ਨਜ਼ਰੀਏ ਤੋਂ ਦੇਖੋਗੇ ਤਾਂ ਉਹ ਤੁਹਾਨੂੰ ਠੀਕ ਵੀ ਲੱਗਣੀਆਂ। ਹੜ੍ਹਾਂ ਦੀ ਸਥਿਤੀ ਨੂੰ ਵੀ ਫਿਰ ਉਹ ਕਿਸਾਨੀ ਨਾਲ ਹੋਰ ਤਰੀਕਿਆਂ ਨਾਲ ਜੋੜਨਗੇ, ਬਾਅਦ ਵਿੱਚ ਉਹ ਕਹਿਣਗੇ ਕਿ ਅਸੀਂ ਇਹਨਾਂ ਦਾ ਮੁਆਵਜ਼ਾ ਨਹੀਂ ਦੇ ਸਕਦੇ ਇਹਨਾਂ ਸਾਰੀ ਚੀਜ਼ਾਂ ਦਾ। ਤੋ ਜਿੰਨਾ ਕੁਝ ਸਾਡੇ ਸਾਹਮਣੇ ਹੋ ਰਿਹਾ ਆ, ਇਹਨਾਂ ਸਾਰੀਆਂ ਤੋਂ ਬਚਣ ਲਈ ਅਲਟੀਮੇਟਲੀ ਇਹਨਾਂ ਸਰਕਾਰਾਂ ਦੇ ਕੋਲ ਕੋਈ ਲੰਬਾ ਚੌੜਾ ਜਿਹੜਾ ਰੋਡ ਮੈਪ ਜਾਂ ਕੋਈ ਪਲਾਨ ਹੈ ਉਹ ਹੈ ਨਹੀਂ। ਤੇ ਇਸ ਵੇਲੇ ਗੱਲ ਕਰਦੇ ਆ ਉਸ ਰੋਡ ਮੈਪ ਦੀ ਜਿਹੜਾ ਸਾਰੀਆਂ ਸਰਕਾਰਾਂ ਕੋਲ ਇੰਤਜ਼ਾਮ ਇਸ ਵੇਲੇ ਕਰ ਲਏ ਗਏ ਨੇ। ਕਰੋਨਾ ਕਾਲ ਦਾ ਪਰਛਾਵਾਂ, ਦੂਜੀ ਲਹਿਰ ਖਤਮ ਹੋ ਰਹੀ ਹੈ, ਤੀਜੀ ਦੇ ਦਾਅਵੇ ਨੇ, ਪਰ ਇਸ ਦਰਮਿਆਨ ਪੰਜਾਬ ਸਰਕਾਰ ਵੱਲੋਂ ਸਕੂਲ ਖੋਲ ਦਿੱਤੇ ਗਏ ਨੇ। ਕੀ ਆਖੋਗੇ ਇਸ ਵਾਰ? ਰਵਿੰਦਰ ਜੀ, ਤੁਸੀਂ ਕਰੋਨਾ ਕਾਲ ਦੀ ਦੂਸਰੀ ਲਹਿਰ ਦੀ ਗੱਲ ਕੀਤੀ ਤੇ ਉਹਦੇ ਵਿੱਚ ਜੇ ਮੈਂ ਬਹੁਤ ਅੰਕੜਿਆਂ 'ਚ ਨਾ ਜਾਵਾਂ ਤੇ ਪੰਜਾਬ ਦੇ ਬੀਤੇ 24 ਘੰਟਿਆਂ ਦੀ ਜਿਹੜੀ ਖਬਰ ਹੈ ਉਹ ਇੰਨੀ ਕੁ ਚੰਗੀ ਲੱਗਦੀ ਆ ਸਾਨੂੰ ਕਿ 10 ਤੋਂ ਜ਼ਿਆਦਾ ਜ਼ਿਲ੍ਹਿਆਂ ਦੇ ਵਿੱਚ ਬੀਤੇ 24 ਘੰਟਿਆਂ 'ਚ ਇੱਕ ਵੀ ਕੋਵਿਡ ਦਾ ਜਿਹੜਾ ਮਾਮਲਾ ਹੈ ਉਹ ਸਾਡੇ ਸਾਹਮਣੇ ਨਹੀਂ ਆਇਆ। ਇੱਕ ਚੰਗੀ ਗੱਲ ਆ। ਇੱਕ ਹਲਕੀ ਜੀ ਖਬਰ ਇਹ ਆ ਕਿ ਪਠਾਨਕੋਟ ਦੇ ਵਿੱਚ ਕੋਈ ਮਾਤਾ ਆਪਣੇ ਲਈ ਇੰਜੈਕਸ਼ਨ ਲੈਣ ਗਈ ਤੇ ਨਰਸਾਂ ਦੋ ਆਪਸ 'ਚ ਗੱਲਾਂ ਕਰਦੀਆਂ ਸੀ ਤੇ ਉਹਨਾਂ ਦੋਨਾਂ ਨੇ ਗੱਲਾਂ ਕਰਦੀਆਂ ਨੇ ਉਹਦੇ ਦੋਨਾਂ ਬਾਹਾਂ ਤੇ ਇੱਕ ਟੀਕਾ ਲਾਤਾ। ਮਤਲਬ ਦੂਜੀ ਖੁਰਾਕ ਦੀ ਇੰਤਜ਼ਾਰ ਨਹੀਂ ਕਰਨੀ ਪਏਗੀ, ਹੈ ਨਾ? ਦੇਖੋ ਇਹ ਤੇ ਹੁਣ ਅਸੀਂ ਮਜ਼ਾਕ ਕਰ ਰਹੇ ਹਾਂ, ਪਰ ਅਸਲ ਦੇ ਵਿੱਚ ਜੇ ਉਹਦੀ ਡਬਲ ਡੋਜ਼ ਆ ਤੇ ਹੋ ਸਕਦਾ ਆ ਉਸ ਔਰਤ ਨੂੰ ਉਹਦਾ ਨੁਕਸਾਨ ਵੀ ਹੋ ਸਕਦਾ। ਸੋ ਇੰਨੀ ਜਿਹੜੀ ਅਣਗਹਿਲੀ ਆ ਜਾਂ ਇੰਨੀ ਨੈਗਲੀਜੈਂਸ ਜਿਹੜੀ ਆ ਉਹ ਵੀ ਸਾਡੇ ਸਾਹਮਣੇ ਨਜ਼ਰ ਆ ਰਹੀ ਆ। ਇਹਦੇ ਨਾਲ ਤੁਸੀਂ ਗੱਲ ਕੀਤੀ ਸਕੂਲ ਖੋਲਣ ਦੀ, ਤੇ ਜੇ ਅਸੀਂ ਗੱਲ ਕਰੀਏ ਮਾਰਚ 2020, 1.5 ਸਾਲ ਅਸੀਂ ਪਿੱਛੇ ਚਲੇ ਜਾਈਏ ਤੇ ਉਦੋਂ ਮਾਰਚ ਦੇ ਵਿੱਚ ਜਿਹੜੇ ਰਿਜ਼ਲਟ ਵਗੈਰਾ ਆਉਂਦੇ ਆ ਤੇ ਅਪ੍ਰੈਲ ਦੇ ਵਿੱਚ ਨਵੀਆਂ ਕਲਾਸਾਂ ਦੀ ਸ਼ੁਰੂਆਤ ਹੋਣੀ ਸੀ। ਬਹੁਤੇ ਪ੍ਰਾਈਵੇਟ ਸਕੂਲ ਜਿਹੜੇ ਸੀ ਉਹ ਕਿਤਾਬਾਂ ਤੇ ਵਰਦੀਆਂ ਜਿਹੜੀਆਂ ਸੀ ਉਹ ਆਪਣੇ ਵਿਦਿਆਰਥੀਆਂ ਨੂੰ ਵੇਚ ਚੁੱਕੇ ਸੀ ਤੇ ਥੋੜਿਆਂ ਨੇ ਹੱਲੇ ਨਹੀਂ ਸੀ ਵੇਚੀਆਂ। ਪਰ 20 ਮਾਰਚ ਤੇ 21 ਮਾਰਚ ਨੂੰ ਪਿਛਲੇ ਸਾਲ ਜਦੋਂ ਲੋਕਡਾਊਨ ਲੱਗਾ ਉਸ ਤੋਂ ਬਾਅਦ ਜਿਹੜੇ ਵਿਦਿਆਰਥੀ ਨੇ, ਜਿਹੜੇ ਸਟੂਡੈਂਟ ਨੇ, ਆਪਣੇ ਸੰਗੀਆਂ ਸਾਥੀਆਂ ਨੂੰ ਮਿਲਣ ਲਈ ਵੀ ਹਾਲੇ ਤੱਕ ਉਡੀਕ ਦੇ ਵਿੱਚ ਹੀ ਨੇ। ਬਹੁਤਿਆਂ ਦੀ ਗੱਲ ਮੋਬਾਈਲ ਫੋਨ ਤੇ ਹੋ ਜਾਂਦੀ ਆ ਆਨਲਾਈਨ ਐਜੂਕੇਸ਼ਨ ਦੇ ਜ਼ਰੀਏ। ਪਰ ਬੱਚਿਆਂ ਲਈ ਇਹ ਜਿਹੜੀ ਖਬਰ ਆ ਉਹ ਬਹੁਤ ਚੰਗੀ ਆ। ਉਹ ਸੋਚਦੇ ਨੇ ਕਿ ਹੁਣ ਕਿ ਅਸੀਂ ਸਕੂਲ ਜਾਈਏ ਤੇ ਆਪਣੇ ਪੜ੍ਹਾਈ ਵੀ ਸ਼ੁਰੂ ਕਰੀਏ ਤੇ ਇੱਕ ਮਾਹੌਲ ਦੇ ਵਿੱਚ ਵੀ ਆਈਏ ਜਿੱਥੇ ਅਸੀਂ ਬਹੁਤ ਸਾਰੀਆਂ ਚੀਜ਼ਾਂ ਸਿੱਖਦੇ ਹਾਂ। ਸਿਰਫ ਆਨਲਾਈਨ ਕਲਾਸਿਸ ਦੇ ਨਾਲ ਹੀ ਬੱਚਿਆਂ ਦਾ ਜਿਹੜਾ ਬੌਧਿਕ ਵਿਕਾਸ ਆ ਤੇ ਸਰਵਪੱਖੀ ਵਿਕਾਸ ਆ ਉਹ ਸੰਭਵ ਨਹੀਂ। ਪਰ ਉਹਦੇ ਨਾਲ ਜਦੋਂ ਅਸੀਂ ਚੁਣੌਤੀਆਂ ਦੇਖਦੇ ਹਾਂ ਤੇ ਅੱਜ ਦੀ ਖਬਰ ਆ ਕਿ ਟਰਾਂਸਪੋਰਟ ਜਿਹੜੇ ਸਕੂਲਾਂ ਦੇ ਨੇ ਉਹ ਇਹਨੂੰ ਲੈ ਕੇ ਹਾਲੇ ਤੱਕ ਤਿਆਰ ਨਹੀਂ ਹੈਗੇ, ਕਿਉਂਕਿ ਸਾਰੇ ਮਾਪਿਆਂ ਨੇ ਕੰਸੈਂਟ ਨਹੀਂ ਦੇਣੀ। ਤੇ ਪੰਜਾਬ ਦੀ ਜੇ ਗੱਲ ਕਰੀਏ ਤੇ ਸਕੂਲਾਂ ਦੇ ਜਿਹੜੇ ਟੀਚਰ ਨੇ ਉਹਨਾਂ ਦੇ 90% ਤੋਂ ਵੱਧ ਦੇ ਜਿਹੜੀਆਂ ਡੋਜ਼ਸ ਆ ਉਹ ਲੱਗ ਚੁੱਕੀਆਂ ਨੇ। ਆਉਣ ਵਾਲੇ ਦਿਨਾਂ ਵਿੱਚ ਦੇਖਿਆ ਜਾਵੇਗਾ ਕਿ ਸਕੂਲ ਕਿੰਨੇ ਕੁ ਖੁੱਲ੍ਹਦੇ ਨੇ, ਕਿੰਨੇ ਕੁ ਨਹੀਂ ਖੁੱਲ੍ਹਦੇ। ਪਰ ਇਹ ਕੁੱਲ ਮਿਲਾ ਕੇ ਇੱਕ ਚੰਗੀ ਖਬਰ ਆ। ਜੇ ਤੀਜੀ ਜਿਹੜੀ ਲਹਿਰ ਆ ਉਹ ਨਾ ਆਵੇ ਜਾਂ ਉਹਦੇ ਪ੍ਰਕੋਪ ਲਈ ਸਰਕਾਰੀ ਜਿੰਨੀਆਂ ਕੁ ਤਿਆਰੀਆਂ ਕਹਿ ਰਹੇ ਨੇ, ਫਿਰ ਗੱਲ ਉਹਦੇ ਤੇ ਉਹ ਇੱਕ ਸਾਡੀ ਪੱਕੀ ਟਿੱਪਣੀ ਆ ਕਿ ਸਰਕਾਰੀ ਅੰਕੜਿਆਂ ਦੇ ਅਨੁਸਾਰ ਫਿਰ ਤੇ ਜਿਹੜੇ ਆ ਬੱਚਿਆਂ ਦਾ ਜਿਹੜਾ ਆਉਣ ਵਾਲਾ ਸਮਾਂ ਆ
ਸੌਖਾ ਹੋ ਜਾਏਗਾ ਤੇ ਜ਼ਿੰਦਗੀ ਜਿਹੜੀ ਹੈ ਨਾਰਮੈਲਿਟੀ ਵੱਲ ਨੂੰ ਚਲੇ ਜਾਏਗੀ। ਤੇ ਜੇ ਅਸੀਂ ਟੀਕਾਕਰਨ ਦੀ ਰਫ਼ਤਾਰ ਦੀ ਗੱਲ ਕਰੀਏ ਤੇ ਅੱਜ ਦੀ ਇੱਕ ਚਲਦੀ ਸੁਰਖੀ ਸੀ ਕਿ ਬਿਹਾਰ ਤੇ ਯੂਪੀ ਦੇ ਵਿੱਚ ਜਿਸ ਸਪੀਡ ਨਾਲ ਟੀਕੇ ਲੱਗ ਰਹੇ ਨੇ ਉਸ ਸਪੀਡ ਨਾਲ ਜੇ ਟੀਕੇ ਲੱਗਦੇ ਰਹੇ ਤੇ ਇਸ ਜਿਹੜੇ 2 ਸਟੇਟਾਂ ਦੇ ਮੈਂ ਨਾਂ ਲਏ ਆ ਉੱਥੇ ਟੀਕਾਕਰਨ ਕੰਪਲੀਟ ਹੋਣ ਨੂੰ ਸਿਰਫ 3 ਸਾਲ ਲੱਗਣੇ ਨੇ ਸਿਰਫ ਜੀ। ਨਹੀਂ, ਬੜਾ ਵੱਡਾ ਸਮਾਂ ਹੈ ਅੰਮ੍ਰਿਤ ਜੀ। ਤੇ ਸਰਕਾਰ ਇਹ ਦਾਅਵਾ ਕਰ ਚੁੱਕੀ ਆ ਕਿ ਅਸੀਂ ਦਸੰਬਰ ਤੱਕ ਸਾਰੇ ਭਾਰਤ ਨੂੰ ਜਿਹੜਾ ਹੈ ਉਹ ਟੀਕਾਕਰਨ ਕਰ ਦੇਣਾ ਤੇ ਸਾਡੇ ਕੋਲ 200 ਕਰੋੜ ਤੋਂ ਵੱਧ ਖੁਰਾਕ ਜਿਹੜੀ ਉਹ ਆ ਜਾਣੀ ਹੈ। ਤੇ ਇਹ ਜਿਹੜਾ ਦਾਅਵਾ ਆ ਸਰਕਾਰ ਦਾ ਜੂਨ ਦੇ ਵਿੱਚ ਸੀਗਾ, ਜੂਨ ਦੇ ਵੀ 15 ਤੋਂ ਪਹਿਲਾਂ, ਜਦੋਂ ਸਾਨੂੰ ਲੱਗਦਾ ਸੀਗਾ ਕਿ ਜੁਲਾਈ ਤੇ ਅਗਸਤ ਤੱਕ ਜਿਹੜੇ ਹਾਲਾਤ ਆ ਸੁਧਰ ਜਾਣਗੇ ਤੇ ਟੀਕੇ ਜਿਹੜੇ ਆ ਹੋਰ ਆ ਜਾਣਗੇ। ਪਰ ਬਹੁਤ ਸਾਰੀਆਂ ਕੰਪਨੀਆਂ ਨਾਲ ਜਿਹੜੇ ਕਰਾਰ ਨੇ ਉਹ ਹਾਲੇ ਹਵਾ 'ਚ ਤੇ ਕਾਗਜ਼ਾਂ 'ਚ ਲਟਕਦੇ ਪਏ ਨੇ। ਬਾਹਰੋਂ ਜਿਹੜੇ ਟੀਕੇ 3-4 ਆਉਣ ਦੀ ਆਸ ਸੀ ਉਹ ਹਾਲੇ ਤੱਕ ਕੋਈ ਨਹੀਂ ਆਏ। ਤੇ ਇੱਥੇ ਵੀ ਜਿਹੜੇ ਟੀਕਾਕਰਨ ਆ ਜਦੋਂ ਅਸੀਂ ਲੋਕਲ ਡਾਕਟਰਸ ਨਾਲ ਸੰਪਰਕ ਕਰਦੇ ਆ ਤੇ ਉਹ ਕਹਿੰਦੇ ਨੇ ਬਸ 2-3 ਦਿਨ ਦਿਓ ਤੇ ਟੀਕੇ ਆ ਜਾਣੇ ਨੇ। ਤੇ ਟੀਕੇ ਜਿਹੜੇ ਮੁੜ ਕੇ ਆਉਂਦੇ ਨੇ ਉਹਨਾਂ ਦੀ ਗਿਣਤੀ ਸੈਂਕੜਿਆਂ 'ਚ ਹੁੰਦੀ ਆ ਤੇ ਉਹ ਅੱਧੇ ਘੰਟੇ ਤੇ ਮੁੱਕ ਜਾਂਦੇ ਨੇ। ਤੇ ਫਿਰ ਡਾਕਟਰਾਂ ਦਾ ਉਹੀ ਬਹਾਨਾ ਕਿ ਬਸ 2-4 ਦਿਨ 'ਚ ਟੀਕੇ ਜਿਹੜੇ ਨੇ ਆ ਜਾਣੇ ਨੇ। ਜੀ, ਵਿਚਾਰ ਚਰਚਾ ਪ੍ਰੋਗਰਾਮ 'ਚ ਮੁੱਦਿਆਂ ਤੇ ਚਰਚਾ ਜਾਰੀ ਰੱਖਾਂਗੇ ਪਰ ਇਸ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ ਦੇ ਆਖਰੀ ਹਿੱਸੇ 'ਚ ਸਵਾਗਤ ਕਰਦੇ ਹਾਂ। ਗੁਰਨਾਮ ਸਿੰਘ ਬਿਲਗਾ ਜੀ, ਹੁਣ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤੇ ਸਿੱਧੂ ਦੀ ਤਾਜ਼ਪੋਸ਼ੀ ਹੋ ਚੁੱਕੀ ਹੈ। ਸਿੱਧੂ ਨੇ ਹੁਣ ਮੀਟਿੰਗ ਵੀ ਸੱਦ ਲਈ ਹੈ। ਉਹ ਮੀਟਿੰਗ ਭਲਾ ਕਿਹਨਾਂ ਨਾਲ ਕਰ ਰਹੇ ਨੇ ਤੇ ਕਿਉਂ ਕਰ ਰਹੇ ਨੇ? ਆਪਾਂ ਪਰਮਿੰਦਰ ਜੀ ਦੇਖ ਲਈਏ ਸਾਰਾ ਹਿਸਾਬ ਤਾਂ ਪੰਜਾਬ ਦੀ ਸਿਆਸਤ ਦਾ, ਤਾਂ ਸਿਆਸਤ ਜਿਹੜੀ ਪੰਜਾਬ ਦੀ ਤਕਰੀਬਨ ਪਿਛਲੇ 6 ਮਹੀਨੇ ਤੋਂ ਨਵਜੋਤ ਸਿੰਘ ਸਿੱਧੂ ਦੇ ਆਲੇ ਦੁਆਲੇ ਘੁੰਮੀ ਜਾਂਦੀ ਹੈ। ਭਾਵੇਂ ਕਿ ਇਸ ਜਿਹੜੀ ਮੀਡੀਆ ਹਾਈਪ ਨੇ ਜਾਂ ਕਹਿ ਸਕਦੇ ਆ ਵੀ ਸਾਡੇ ਵਰਗਿਆਂ ਨੇ ਸਿੱਧੂ ਦੀਆਂ ਗੱਲਾਂ ਕਰਕੇ ਪੰਜਾਬ ਦੇ ਜਿਹੜੇ ਅਸਲ ਮੁੱਦੇ ਆ ਉਹਨਾਂ ਵੱਲ ਕਿਸ ਦਾ ਧਿਆਨ ਨਹੀਂ ਗਿਆ। ਨਵਜੋਤ ਸਿੰਘ ਸਿੱਧੂ ਜੇ ਇਸ ਵੇਲੇ ਦੇਖਿਆ ਜਾਵੇ ਤਾਂ ਬਤੌਰ ਐਮਐਲਏ ਪੰਜਾਬ ਦੇ ਵਿੱਚ ਕੋਈ ਬਾਹਲੀ ਵੱਡੀ ਹੈਸੀਅਤ ਨਹੀਂ ਰੱਖਦੇ, ਪਰ ਸਿਰਫ ਉਹ ਕਾਂਗਰਸ ਦਾ ਪ੍ਰਧਾਨ ਬਣਨ ਦੇ ਕਾਰਨ ਔਰ ਉਸ ਦੀ ਪ੍ਰਧਾਨਗੀ ਨੂੰ ਰੋਕਣ ਦੇ ਕਾਰਨ ਜਿੰਨਾ ਜ਼ੋਰ ਲੱਗਾ ਤੇ ਜਿੰਨਾ ਉਸ ਪ੍ਰਧਾਨਗੀ ਨੂੰ ਲੈਣ ਲਈ ਨਵਜੋਤ ਸਿੰਘ ਸਿੱਧੂ ਨੂੰ ਭੱਜ ਦੌੜ ਕਰਨੀ ਪਈ, ਇਸੇ ਕਰਕੇ ਅੱਜ ਮੀਡੀਆ ਦੇ ਵਿੱਚ ਇਹ ਸਾਰਾ ਪ੍ਰਕਰਨ ਜਿਹੜਾ ਛਾਇਆ ਹੋਇਆ। ਨਵਜੋਤ ਸਿੰਘ ਸਿੱਧੂ ਨੇ ਭਾਵੇਂ ਕਿ ਪਿਛਲੇ ਦਿਨੀ ਜਿਹੜੀ ਆ ਤਾਜਪੋਸ਼ੀ ਜਿਹੜੀ ਉਹਦੀ ਚੰਡੀਗੜ੍ਹ ਵਿਖੇ ਹੋ ਗਈ ਆ, ਪਰ ਇਹ ਕੰਡਿਆਂ ਦਾ ਤਾਜ ਉਹਦੇ ਸਿਰ ਤੇ ਜਿਹੜਾ ਬੜਾ ਔਖਾ ਹੋ ਕੇ ਨਾ ਉਹ ਲੱਭ ਰਿਹਾ ਸੀਗਾ, ਉਹਦੇ ਸਿਰ ਤੇ ਸੱਜ ਗਿਆ। ਪੰਜਾਬ ਦੇ ਵਿੱਚ ਇਸ ਵੇਲੇ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਖਾਸ ਕਰਕੇ ਕਾਂਗਰਸ ਸਭਾ ਦੇ ਵਿੱਚ ਇਹ ਗੱਲ ਪਾਈ ਜਾਂਦੀ ਆ ਕਿ ਜਿਸ ਤਰ੍ਹਾਂ 4.5 ਸਾਲ ਦੇ ਸਰਕਾਰ ਦੇ ਸਮੇਂ ਦੌਰਾਨ ਕਾਂਗਰਸ ਵਰਕਰ ਜਿਹੜਾ ਆਪਣੇ ਆਪ ਨੂੰ ਇਹ ਸਮਝਦਾ ਵੀ ਸਾਡੀ ਸਰਕਾਰ ਤਾਂ 4.5 ਸਾਲ ਖਰੇ ਆਈ ਨਹੀਂ, ਕਿਸੇ ਅਫਸਰ ਨੇ ਸਾਡੀ ਪੁੱਛਗਿੱਛ ਕੀਤੀ, ਸਰਕਾਰ ਦੇ ਵਿੱਚ ਜਿਹੜਾ ਸਾਡਾ ਸੀਗਾ ਉਹ ਮਾਣ-ਤਾਣ ਹੋਇਆ ਨਹੀਂ ਜੋ ਹੋਣਾ ਚਾਹੀਦਾ ਸੀ। ਤੇ ਕੈਪਟਨ ਅਮਰਿੰਦਰ ਸਿੰਘ ਦਾ ਵੀ ਜਿਹੜਾ 4.5 ਸਾਲ ਦਾ ਕੰਮਕਾਜ ਸੀ, ਠੀਕ ਆ, ਉਹ ਆਪਣੇ ਸਿਸਮਾ ਫਾਰਮ ਦੇ ਵਿੱਚ ਬੈਠ ਕੇ ਹੀ ਉਹਨੇ ਬਤਾਇਆ, ਅਫਸਰਾਂ ਨੇ ਸਰਕਾਰ ਚਲਾਈ। ਪਰ ਪੋਲੀਟੀਕਲ ਸਿਸਟਮ ਦੇ ਵਿੱਚ ਜਦੋਂ ਪੋਲੀਟੀਕਲ ਨੁਮਾਇੰਦਿਆਂ ਦੀ ਕੋਈ 4-4 ਸਾਲ ਕਿਸੇ ਐਮਐਲਏ ਨੂੰ ਇੱਕ ਸੂਬੇ ਦਾ ਮੁਖੀ ਮਿਲੇ ਹੀ ਨਾ, ਤਾਂ ਫਿਰ ਉਹ ਗੱਲਾਂ ਤਾਂ ਹੋਣੀਆਂ ਸੁਭਾਵਿਕ ਸੀਗੀਆਂ। ਉਹਦਾ ਤਰੀਕਾ ਇਹੀ ਸੀ ਵੀ ਹੁਣ ਇਹਦਾ ਜਿਹੜਾ ਕਿਤੇ ਨਾ ਕਿਤੇ ਸੱਤਾ ਪਰਿਵਰਤਨ ਜਿਹੜਾ ਆ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਲੀਡਰਸ਼ਿਪ ਜਿਹੜੀ ਬਦਲਣੀ ਚਾਹੀਦੀ ਆ। 4 ਪ੍ਰਧਾਨ ਲਾਤੇ ਨਾਲ ਵਰਕਿੰਗ ਦੇ ਤੇ ਨਾਲ ਸਿੱਧੂ ਸਾਹਿਬ, ਤੇ ਇਹ ਸਾਰੇ ਹੁਣ ਅੱਜ ਵੀ ਮੀਟਿੰਗ ਕਰ ਰਹੇ ਆ। ਦੇਖਦੇ ਆ ਪੰਜਾਬ ਦੇ ਮੁੱਦਿਆਂ ਤੇ ਹੁਣ ਕੋਈ ਗੱਲ ਹੁੰਦੀ ਆ। ਭਾਵੇਂ ਕਿ ਤਾਜਪੋਸ਼ੀ ਵਾਲੇ ਦਿਨ ਜਿਸ ਦਿਨ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਇਸ ਸਾਰੇ ਪ੍ਰਧਾਨਗੀ ਦੇ ਐਪੀਸੋਡ ਨੂੰ ਲੈ ਕੇ ਸਾਰਥੀ ਮੰਨੇ ਗਏ ਆ ਵੀ ਜਿਹੜਾ ਸਟੀਅਰਿੰਗ ਆ ਉਹਦੇ ਉਸ ਬੰਦੇ ਦੇ ਹੱਥ 'ਚ ਆ। ਭਾਵੇਂ ਕਿ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਜਦੋਂ ਬਾਜਵਾ ਪਰਿਵਾਰ ਨੇ ਇਹ ਸਾਰੀ ਲੜਾਈ ਛੇੜੀ ਸੀਗੀ, ਉਸ ਵੇਲੇ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਮਾਝਾ ਬ੍ਰਿਗੇਡ ਸਾਰੀ ਕੈਪਟਨ ਦੇ ਨਾਲ ਖੜੀ ਹੋਈ ਸੀ। ਅਬ ਕੈਪਟਨ ਦਾ ਸਾਥ ਛੱਡਣ ਲੱਗਿਆ ਨੇ ਵੀ ਇਹ ਸਾਰੀ ਮਾਝਾ ਬ੍ਰਿਗੇਡ ਇਸ ਵੇਲੇ ਨਵਜੋਤ ਸਿੰਘ ਸਿੱਧੂ ਦੇ ਨਾਲ ਆ ਕੇ ਖੜ ਗਈ ਆ। ਭਾਵੇਂ ਕਿ ਉਹਨਾਂ ਦਾ ਤਰਕ ਆ ਕਿ ਸਰਕਾਰ ਦੇ 4.5 ਸਾਲ ਦੌਰਾਨ ਅਫਸਰਾਂ ਨੇ ਸਾਡੀ ਕੋਈ ਨਹੀਂ ਸੁਣੀ ਤੇ ਬੇਅਦਬੀ ਮਸਲੇ ਤੇ ਕੋਈ ਸਾਡਾ ਸਰਕਾਰ ਨੇ ਹੱਲ ਨਹੀਂ ਕੀਤਾ। ਤੇ ਇਸੇ ਕਰਕੇ ਉਦੋਂ ਵੀ ਵਿਜੇ ਇੰਦਰ ਸਿੰਗਲਾ ਜੀ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਬਿਲਕੁਲ ਇਧਰਲੇ ਖੱਬੇ ਪਾਸੇ ਬੈਠੇ ਸੀਗੇ, ਉਸ ਵੇਲੇ ਵੀ ਥੱਲਿਓਂ ਪੂਰੀ ਤਰਲੋ ਮੱਛੀ ਲੱਗੀ ਹੋਈ ਸੀ। ਕੁਲਵੀਰ ਸਿੰਘ ਜੀਰਾ ਐਮਐਲਏ, ਦਰਸ਼ਨ ਸਿੰਘ ਬਰਾੜ ਐਮਐਲਏ ਤੇ ਸੁਖਜਿੰਦਰ ਸਿੰਘ ਰੰਧਾਵਾ, ਜਿੱਦਾਂ ਦੇ ਵਿਜ਼ੂਅਲ ਦ੍ਰਿਸ਼ ਪੇਸ਼ ਹੋਏ ਆ, ਉਹ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਖਾਸ ਉਹਦਾ ਸਾਥੀ ਆ ਉਹਨੂੰ ਬਾਰ-ਬਾਰ ਫੋਨ ਕਰਕੇ ਟੈਕਸ ਕਰਕੇ ਇਹ ਕਹਿ ਰਹੇ ਸੀ ਵੀ ਵਿਜੇ ਇੰਦਰ ਸਿੰਗਲਾ ਜਿਹੜੇ ਆ ਉਹ ਕਿੱਦਾਂ ਸਟੇਜ ਤੇ ਬੈਠ ਗਏ, ਇਹਨਾਂ ਨੂੰ ਸਟੇਜ ਤੋਂ ਥੱਲੇ ਤਾਰੋ, ਜਦ ਕਿ ਅਸੀਂ ਕੈਬਨਿਟ ਮੰਤਰੀ ਹੁੰਦੇ ਹੋਏ ਥੱਲੇ ਬੈਠੇ ਆ। ਇਦਾਂ ਦਾ ਜਿਹੜਾ ਲੱਗ ਰਿਹਾ ਸੀ ਵੀ ਸਾਰਾ ਇਹ ਕਾਟੋ ਕਲੇਸ ਮੁੱਕ ਗਿਆ ਆ, ਪਰ ਉਹਦੇ ਵਿੱਚ ਕਿਤੇ ਨਾ ਕਿਤੇ ਹਜੇ ਚੰਗਿਆੜੀ ਜਿਹੜੀ ਆ ਇਹ ਸੁਲਗਦੀ ਆ। ਤੇ ਆਉਣ ਵਾਲੇ ਦਿਨਾਂ 'ਚ ਦੇਖਦੇ ਆ ਕਿ ਇਹ ਜਿਹੜਾ ਸਿੱਧੂ ਦੇ ਸਿਰ ਤੇ ਜਿਹੜਾ ਤਾਜ ਰੱਖਿਆ ਆ, ਕੀ ਇਹ ਜਿਹੜੇ ਪਿਛਲੇ 6 ਮਹੀਨੇ ਤੋਂ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ, ਚਾਹੇ ਟੀਚਰ ਹੈ, ਚਾਹੇ ਡਾਕਟਰ ਹੈ, ਚਾਹੇ ਹੋਰ ਜਥੇਬੰਦੀਆਂ ਆ, ਉਹ ਜਿਹੜੇ ਪ੍ਰਦਰਸ਼ਨ ਕਰ ਰਹੀਆਂ ਵੀ ਸਾਨੂੰ ਨੌਕਰੀ ਦਿੱਤੀ ਜਾਵੇ,
ਜਾਵੇ, ਸਾਡੀਆਂ ਕੱਚੇ ਭਰਤੀ ਤੇ ਸਾਨੂੰ ਕਿੰਨਾ ਚਿਰ ਤੁਸੀਂ ਹੋਰ ਦੀ ਸਭਾਵਾਂ ਲਾਓਗੇ ਵੀ ਇਹ ਸਾਰੇ ਮਸਲੇ ਹੱਲ ਹੁੰਦੇ ਆ। ਭਾਵੇਂ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਆ ਚਮਕੌਰ ਸਾਹਿਬ ਇੱਥੇ ਜਾਂਦੇ ਆ, ਉੱਥੇ ਕਿਸਾਨ ਜਥੇਬੰਦੀਆਂ ਵੀ ਉਹਨਾਂ ਦਾ ਵਿਰੋਧ ਕਰਦੀਆਂ। ਅੱਜ ਕੈਬਨਿਟ ਮੰਤਰੀ ਚਰਨਜੀਤ ਚੰਨੀ ਦਾ ਬਿਆਨ ਵੀ ਆ ਗਿਆ ਆ ਕਿ ਇਹ ਜਿਹੜਾ ਨਵਜੋਤ ਸਿੰਘ ਸਿੱਧੂ ਤੇ ਇਹ ਪੁਲਿਸ ਹੈ ਤਾਂ ਉਹਨਾਂ ਦੀ ਆ, ਪਾਰਟੀ ਉਹਨਾਂ ਦੀ, ਸਰਕਾਰ ਉਹਨਾਂ ਦੀ ਆ, ਕੈਪਟਨ ਵੀ ਉਹਨਾਂ ਦਾ ਮੁੱਖ ਮੰਤਰੀ ਆ, ਆਪ ਉਹ ਕੈਬਨਿਟ ਮੰਤਰੀ, ਪਰ ਬਿਆਨ ਇਹ ਦੇ ਰਿਹਾ ਵੀ ਨਵਜੋਤ ਸਿੰਘ ਸਿੱਧੂ ਤੇ ਇਹ ਜਾਣ ਬੁੱਝ ਕੇ ਕਿਸਾਨਾਂ ਦੇ ਰੂਪ ਵਿੱਚ ਹਮਲਾ ਕਰਵਾਇਆ ਗਿਆ। ਹੁਣ ਦੇਖਦੇ ਹਾਂ ਇਸ ਬਿਆਨ ਨੂੰ ਲੈ ਕੇ ਵੀ ਸਿਆਸਤ ਕਿੱਦਾਂ ਦੀ ਭਖਦੀ ਆ। ਇਹ ਸਾਰੇ ਮਸਲੇ ਜਿਹੜੇ ਹੈਗੇ ਆ, ਇਹ ਆਉਣ ਵਾਲੇ 6 ਮਹੀਨੇ ਦੇ ਵਿੱਚ ਕੋਈ ਜਾਦੂ ਦੀ ਛੜੀ ਤਾਂ ਹੈ ਨਹੀਂ ਗੀ ਵੀ ਜਿਹੜਾ 4.5 ਸਾਲ 'ਚ ਨਹੀਂ ਕੀਤਾ ਉਹ 6 ਮਹੀਨੇ 'ਚ ਹੋ ਜਾਊਗਾ। ਪਰ ਆਪਾਂ ਦੇਖਦੇ ਹਾਂ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਬਾਕੀ ਧਿਰਾਂ ਆ ਉਹ ਇਸ ਵੇਲੇ ਸੁੰਨ ਹੋਈਆਂ ਪਈਆਂ। ਕੁਝ ਦਿਨ ਪਹਿਲਾਂ ਲੱਗਦਾ ਸੀ ਕਿ BSP ਦਾ ਜਿਹੜਾ ਸਮਝੌਤਾ ਹੋ ਗਿਆ, ਅਕਾਲੀ ਦਲ ਇਸ ਵੇਲੇ ਉੱਪਰਲੇ ਹੱਥ ਆ। ਫਿਰ ਲੱਗ ਰਿਹਾ ਸੀ ਵੀ ਜਿਵੇਂ ਸਾਬਕਾ ਅਧਿਕਾਰੀ ਜਿਹੜੇ ਸੀਗੇ ਕੁੰਵਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ 'ਚ ਆ ਗਿਆ ਤਾਂ ਉਹਨਾਂ ਦਾ ਹੱਥ ਉੱਪਰ ਆ। ਇਹ ਸਮੀਕਰਨ ਪੰਜਾਬ ਦੀ ਸਿਆਸਤ ਵਿੱਚ ਆਉਣ ਵਾਲੇ 6 ਮਹੀਨੇ ਵਿੱਚ ਦਿਨ ਪ੍ਰਤੀ ਦਿਨ ਬਦਲਦੇ ਰਹਿਣੇ ਆ, ਹਫ਼ਤਾਵਾਰੀ ਬਦਲਦੇ ਰਹਿਣੇ ਆ। ਕਿੱਦਾਂ ਦੇ ਅੱਜ ਇਸ ਵੇਲੇ ਲੱਗ ਰਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਵਿੱਚ ਜਾਨ ਪਾਤੀ ਆ, ਕੱਲ ਨੂੰ ਕੋਈ ਆਮ ਆਦਮੀ ਪਾਰਟੀ ਆ ਜਾਂ ਢੀਂਡਸਾ ਗਰੁੱਪ ਆ ਜਿਹਦਾ ਕਿ ਇਸ ਵੇਲੇ ਬਦਲ ਦੇਖਿਆ ਜਾ ਰਿਹਾ ਸੀ ਵੀ ਇਹ 3 ਮੇਨ ਧਿਰਾਂ ਨੂੰ ਛੱਡ ਕੇ ਸ਼ਾਇਦ ਕੋਈ ਚੌਥਾ ਫਰੰਟ ਵੀ ਬਣ ਸਕਦਾ ਆ। ਤੇ ਉਹ ਵੀ ਦੇਖ ਰਹੇ ਕਿ ਹਜੇ ਕੋਈ ਸਰਗਰਮੀ ਹੈ ਨਹੀਂ ਗੀ ਉਹਨਾਂ ਦੀ, ਭਾਵੇਂ ਕਿ ਉਹਨਾਂ ਦੀਆਂ ਬੜੀਆਂ ਗੱਲਾਂ ਚੱਲੀਆਂ ਇਸ ਵੇਲੇ ਵੀ ਉਹਨਾਂ ਦੀਆਂ ਆਮ ਆਦਮੀ ਪਾਰਟੀ ਦੇ ਨਾਲ ਸਮਝੌਤਾ ਹੋਣ ਦੇ ਚਾਂਸ ਬਣ ਗਿਆ ਸੀ। ਪਰ ਖਬਰਾਂ ਇਹ ਵੀ ਨਿਕਲੇ, ਪਰਮਿੰਦਰ ਸਿੰਘ ਢੀਂਡਸਾ ਨੇ ਵੀ ਬਿਆਨ ਦਿੱਤਾ ਆ ਵੀ ਉਹ ਇਹ ਕਹਿ ਰਿਹਾ ਸੀ ਤੁਸੀਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਯੂਨਾਈਟਿਡ ਸੰਯੁਕਤ ਬਣਿਆ ਆ ਉਹਨੂੰ ਭੰਗ ਕਰਕੇ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਓ, ਕਿਉਂਕਿ ਰਣਜੀਤ ਸਿੰਘ ਬ੍ਰਹਮਪੁਰਾ ਢੀਂਡਸਾ ਸਾਹਿਬ ਇਹ ਸਿੱਖ ਸਿਆਸਤ ਚੋਂ ਆਏ ਨੇ, ਅਕਾਲੀ ਦਲ ਨਾਲ ਸੰਬੰਧਿਤ ਨੇ। ਇਹ ਆਪਣਾ ਜਿਹੜਾ ਸਿੱਖ ਸਿਆਸਤ ਜਿਹੜੀ ਕਰਨੀ ਚਾਹੁੰਦੇ ਆ ਵੀ ਆਮ ਆਦਮੀ ਪਾਰਟੀ ਵਿੱਚ ਤਾਂ ਜਾ ਕੇ ਇਹ ਕਰ ਨਹੀਂ ਸਕਦੇ, ਉਹ ਆਪਣੀ ਹੋਂਦ ਰੱਖਣਗੇ ਆਪਣਾ। ਉਹ ਪੰਜਾਬ ਦੇ ਵਿੱਚ ਇਸੇ ਕਰਕੇ ਆਏ ਸੀਗੇ ਵੀ ਅਸੀਂ ਬਾਦਲਾਂ ਦਾ ਜਿਹੜਾ ਆ ਉਹ ਬਦਲ ਦੇਣਾ ਲੋਕਾਂ ਨੂੰ। ਇਹ ਤਾਂ ਹੁਣ ਆਪਾਂ ਦੇਖਦੇ ਹਾਂ ਕਿ ਕਿਸਾਨੀ ਅੰਦੋਲਨ ਨੇ ਪੰਜਾਬ ਦੀ ਸਿਆਸਤ ਦੇ ਜਿਹੜੇ ਸਮੀਕਰਨ ਬਦਲ ਦਿੱਤੇ। ਜੇਕਰ ਇਹ ਕਿਸਾਨੀ ਅੰਦੋਲਨ ਵਾਲਾ ਮੈਟਰ ਨਾ ਹੁੰਦਾ, ਇਹ ਬਿੱਲ ਨਾ ਆਏ ਹੁੰਦੇ, ਨਾਰਮਲ ਇਲੈਕਸ਼ਨ ਹੁੰਦੀ ਤੇ ਜਿਸ ਤਰ੍ਹਾਂ BJP ਨੇ ਇੱਕ ਕਾਰਡ ਚੱਲਿਆ ਸੀ ਵੀ ਸੁਖਬੀਰ ਸਿੰਘ ਜਿਸ ਹਿਸਾਬ ਨਾਲ ਅੱਖਾਂ ਪਿਛਲੇ 10 ਸਾਲ ਦੇ ਵਿੱਚ ਦਿਖਾਉਂਦਾ ਰਿਹਾ BJP ਨੂੰ, ਵਹੀ ਸੁਖਬੀਰ ਬਾਦਲ ਨੂੰ ਥੋੜਾ ਜਿਹਾ ਅਕਲ ਦੇਣੀ ਆ ਤੇ ਢੀਂਡਸਾ ਸਾਹਿਬ ਨੂੰ ਉਸ ਵੇਲੇ, ਕਿਉਂਕਿ ਰਾਜ ਸਭਾ ਮੈਂਬਰ ਤਾਂ ਅਕਾਲੀ ਦਲ ਦੇ ਨਾ ਉਹ, ਵੀ ਉਹਨਾਂ ਨੇ ਹਾਈਪ ਕੀਤਾ ਸੀਗਾ ਉਸ ਵੇਲੇ। ਇੱਕ ਇਦਾਂ ਦੇ ਹਾਲਾਤ ਲੱਗਣ ਲੱਗ ਗਏ ਸੀ ਅੱਜ ਤੋਂ 10-11 ਮਹੀਨੇ ਪਹਿਲਾਂ, ਅੰਦੋਲਨ ਤੋਂ ਪਹਿਲਾਂ, ਵੀ ਆਉਣ ਵਾਲੀ ਸਿਆਸਤ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਹੈੱਡ ਹੋਊਗਾ, ਮੁਖੀ ਹੋਊਗਾ, ਉਹ ਢੀਂਡਸਾ ਗਰੁੱਪ ਹੋਊਗਾ ਤੇ ਜਿਹੜੀ BJP ਦਾ ਗੱਠਜੋੜ ਹੋਊਗਾ ਉਹ ਇਸ ਜਿਹੜਾ ਰਣਜੀਤ ਸਿੰਘ ਬ੍ਰਹਮਪੁਰਾ ਤੇ ਢੀਂਡਸਾ ਦੇ ਨਾਲ ਹੋਊਗਾ। ਕਿਉਂਕਿ ਪਿੱਛੋਂ ਜਿਹੜਾ BJP ਦਾ ਹੱਥ ਜਿਹੜਾ ਉਹ ਲੱਗ ਰਿਹਾ ਸੀ ਕਿ ਢੀਂਡਸਾ ਦੇ ਮੋਢਿਆਂ ਤੇ ਰੱਖ ਦਿੱਤਾ BJP ਨੇ। ਤੇ ਇਸੇ ਕਰਕੇ ਜਿਹੜੀ ਹੈ ਇਹਨਾਂ ਦੀ ਵਿਕਰਮ ਸਿੰਘ ਮਜੀਠੀਆ ਦੀ ਜਾਂ ਸੁਖਬੀਰ ਸਿੰਘ ਬਾਦਲ ਦੀ ਇਹ ਉਹ ਮੰਤਰੀ ਹੁੰਦੇ ਹੋਏ ਵੀ ਹਰਸਿਮਰਤ ਦੇ ਉੱਥੇ ਪੁੱਛਗਿੱਛ ਕੋਈ ਹੈ ਨਹੀਂ ਸੀਗੀ, ਨਾ ਇਹਨਾਂ ਨੂੰ ਕੋਈ ਸੁਣਦਾ ਸੀਗਾ। ਇਹ ਤਾਂ ਕਿਸਾਨੀ ਅੰਦੋਲਨ ਦੇ ਨਾਲੇ ਪੰਜਾਬ ਦੇ ਸਾਰੇ ਸਮੀਕਰਨ ਬਦਲ ਗਏ। ਹੁਣ ਦੇਖਦੇ ਹਾਂ ਕਿ ਗਾਂਧੀ, ਧਰਮਵੀਰ ਗਾਂਧੀ ਜੀ, ਸੁੱਚਾ ਸਿੰਘ ਛੋਟੇਪੁਰ, ਬੈਂਸ ਬ੍ਰਦਰ ਲੁਧਿਆਣੇ ਤੋਂ, ਜੇ ਇਹ ਸਾਰਾ ਜਿਹੜਾ ਰਹਿ ਗਿਆ, ਜਿਹੜਾ ਕੁਣਬਾ ਬਾਹਰ ਰਹਿ ਗਿਆ, ਇਹ ਇਕੱਠਾ ਹੁੰਦਾ ਆ ਨਹੀਂ ਹੁੰਦਾ। ਨਹੀਂ ਤਾਂ ਇਸ ਵੇਲੇ ਪੰਜਾਬ ਦੀ ਸਿਆਸਤ ਵਿੱਚ 3 ਧਿਰਾਂ, ਅਕਾਲੀ ਦਲ, ਆਮ ਆਦਮੀ ਪਾਰਟੀ, ਤਾਂ ਇਸ ਵੇਲੇ ਨਵਜੋਤ ਸਿੰਘ ਸਿੱਧੂ ਜਿਸ ਕਾਂਗਰਸ ਦੇ ਪ੍ਰਧਾਨ ਬਣੇ ਆ, ਇਹ ਇਸ ਵੇਲੇ ਪੂਰੀ ਪੰਜਾਬ ਦੀ ਸਰਗਰਮੀ ਪੋਲੀਟੀਕਲ ਖੇਤਰ ਦੇ ਵਿੱਚ ਸਰਗਰਮ ਆ। ਆਉਣ ਵਾਲੇ ਸਮੇਂ 'ਚ ਦੇਖਦੇ ਆ ਕਿ ਕਿੰਨੇ ਦਿਨਾਂ ਬਾਅਦ ਇਹ ਸਰਗਰਮੀ ਜਿਹੜੀ ਬਦਲ ਕੇ ਕੋਈ ਹੋਰ ਨਵਾਂ ਦ੍ਰਿਸ਼ ਪੇਸ਼ ਕਰਦੀ। ਜੀ ਬਿਲਕੁਲ ਜੀ, ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਤੇ ਸੁਖਬੀਰ ਬਾਦਲ ਹੋਰਾਂ ਨੇ ਕੁਝ ਆਖਿਆ, ਉਹ ਕੀ ਕਿਹਾ ਭਲਾ ਉਹਨਾਂ? ਪੰਜਾਬ ਦੀ ਸਿਆਸਤ ਦਾ ਸਾਰਾ ਚਿੱਠਾ ਬਿਲਗਾ ਸਾਹਿਬ ਨੇ ਬੜੇ ਸੋਹਣੇ ਤਰੀਕੇ ਨਾਲ, ਜਿੱਦਾਂ ਤੁਸੀਂ ਕਹਿੰਦੇ ਆ ਕਿ ਬੋਲ ਕੇ ਦੱਸ ਦਿੱਤਾ। ਤੇ ਜੋ ਹਾਲਾਤ ਨੇ ਆਉਣ ਵਾਲੇ ਦਿਨਾਂ 'ਚ ਬਦਲਦੇ ਰਹਿਣਗੇ, ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਸੁਖਬੀਰ ਸਿੰਘ ਬਾਦਲ ਨੇ ਜਿਹੜੀ ਗੱਲ ਕੀਤੀ ਆ ਉਹ ਰਾਸ਼ਟਰੀ ਪੱਖ ਤੋਂ ਕੀਤੀ ਆ ਕਿ ਪੂਰੇ ਭਾਰਤ ਦੇ ਵਿੱਚ ਜਿਹੜੀਆਂ BJP ਤੋਂ ਇਲਾਵਾ ਹੋਰ ਪਾਰਟੀਆਂ ਨੇ, ਉਹਨਾਂ ਸਾਰੀਆਂ ਨੂੰ ਇਕਜੁੱਟ ਹੋ ਕੇ ਇੱਕ ਵਿਰੋਧੀ ਜਿਹੜੀ ਧਿਰ ਆ ਉਹ ਬਣਾਉਣੀ ਚਾਹੀਦੀ ਆ। ਦੇਖੋ ਬੜਾ ਲੰਬਾ ਸਮਾਂ ਇਹਨਾਂ ਦਾ, ਬੜੇ ਸਾਲ, 25-30 ਸਾਲ 9 ਮਾਸ ਦਾ ਰਿਸ਼ਤਾ ਸੀ, ਹੁਣ ਵੱਖਰਾ ਹੋ ਗਿਆ। ਉਹ ਜ਼ਖਮ ਭਰ ਗਏ ਹੋਣੇ ਆਪਣੇ, ਹੁਣ ਲੱਗਦਾ ਕਿ ਅਸੀਂ ਅਲੱਗ-ਅਲੱਗ। ਇਹ ਕਹਿਤਾ ਵੀ ਕਹਾਣੀ ਖਤਮ ਹੋ ਗਈ ਭਾਜਪਾ ਨਾਲ ਸਾਡੀ। ਨਹੀਂ, ਉਹ ਮੈਂ ਉਹੀ ਗੱਲ ਕਰਦਾ ਨਾ ਜੀ ਕਿ 9 ਮਾਸ ਦਾ ਰਿਸ਼ਤਾ ਸੀ ਨਾ, ਹੁਣ ਵੱਖਰਾ ਹੋ ਗਿਆ। ਹੁਣ ਇਹ ਤਾਂ ਇਹਨਾਂ ਨੂੰ ਪਤਾ ਹੋਣਾ ਵੀ 9 ਕਿਹਦਾ ਸੀ ਤੇ ਮਾਸ ਕਿਹਦਾ ਸੀ, ਤੇ ਦਰਦ ਕਿਹਨੂੰ ਹੋਇਆ। ਵੱਖਰੀ ਇੱਕ ਧਿਰ ਬਣਾਉਣ ਦੀ ਗੱਲ ਕਰਦੇ ਨੇ ਤੇ ਉਹਦੇ ਨਾਲ ਦੀ ਨਾਲ ਉਹ ਜਿਹੜੀ ਕਾਂਗਰਸ ਤੇ ਚੋਟ ਕਰਨ ਦੀ ਆਦਤ ਆ ਉਹ ਨਹੀਂ ਛੱਡਦੇ। ਉਹ ਕਹਿੰਦੇ ਨੇ ਕਾਂਗਰਸ ਵੀ ਹੁਣ ਇੱਕ ਖੇਤਰੀ ਪਾਰਟੀ ਰਹਿ ਗਈ ਆ। ਤੇ ਜਿਹੜੀ ਸੁਖਬੀਰ ਸਿੰਘ ਦੀ ਗੱਲ ਆ ਉਹ ਬਿਲਕੁਲ ਠੀਕ ਆ ਕਿ ਬਹੁਤ ਸਾਰੇ ਲੋਕਾਂ ਨੂੰ ਇਕੱਠੇ ਹੋ ਕੇ BJP ਦੇ ਵਿਰੋਧ ਲਈ ਇੱਕ ਧਿਰ ਬਣਾਉਣੀ ਚਾਹੀਦੀ ਆ। ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਹਾਲੇ ਵੀ ਅਸ਼ਵਨੀ ਕੁਮਾਰ ਸ਼ਰਮਾ ਜੀ ਕਹਿ ਰਹੇ ਨੇ ਕਿ ਜੇ ਸਾਡੀ ਸਰਕਾਰ ਬਣੀ ਤੇ ਅਸੀਂ 6 ਮਹੀਨਿਆਂ ਦੇ ਵਿੱਚ ਜਿਹੜਾ ਬੇਅਦਬੀ ਕਾਂਡ ਆ ਉਹਦੀ ਜਿਹੜੀ ਆ ਸਜ਼ਾ ਉਹਨਾਂ ਨੂੰ ਜਲਦੀ ਦਵਾ ਦਿਆਂਗੇ। ਤੇ ਬਹੁਤ ਸਾਰੀਆਂ ਹੋਰ ਵੀ ਗੱਲਾਂ ਉਹ ਕਰਦੇ ਨੇ ਕਿਉਂਕਿ ਉਹਨਾਂ ਨੂੰ ਵੀ ਲੱਗਦਾ ਕਿ ਸਰਕਾਰ ਅਸੀਂ ਬਣਾਵਾਂਗੇ।
ਜਿੱਦਾਂ ਬਿਲਗਾ ਜੀ ਨੇ ਦੱਸਿਆ ਕਿ ਕਿਸਾਨ ਅੰਦੋਲਨ ਤੋਂ ਪਹਿਲਾਂ ਤੇ ਕਿਸਾਨ ਅੰਦੋਲਨ ਤੋਂ ਬਾਅਦ ਦੀ ਜਿਹੜੇ ਪੰਜਾਬ ਦੇ ਹਾਲਾਤ ਨੇ ਉਹ ਬਿਲਕੁਲ ਬਦਲੇ ਹੋਏ ਨੇ ਜੀ। ਉੱਦਾਂ ਹੀ ਜਿਹੜੀ ਕਾਂਗਰਸ ਦੇ ਵਿੱਚ ਇੱਕ ਲੱਗਦਾ ਸੀਗਾ ਕਿ ਸਾਰਾ ਕੁਝ ਠੀਕ ਹੋ ਗਿਆ ਜੀ ਕੈਪਟਨ ਧੜਾ ਇੱਕ ਸੀ ਤੇ ਉਸ ਤੋਂ ਪਹਿਲਾਂ 2-3 ਧੜੇ ਨਜ਼ਰ ਆਉਂਦੇ ਸੀ ਜੀ। ਬਾਜਵੇ ਵਾਲਾ ਪਾਸਾ ਕਿਸੇ ਹੋਰ ਪਾਸੇ ਸੀ, ਸਿੱਧੂ ਵਾਲਾ ਧੜਾ ਕਿਸੇ ਹੋਰ ਪਾਸੇ ਸੀ। ਵੇਲੇ ਕਵੇਲੇ ਕੁਝ ਲੋਕ ਆਪਣੀ ਆਪਣੀ ਜਿਹੜੀ ਗੱਲਬਾਤ ਰੱਖਦੇ ਰਹਿੰਦੇ ਸੀ, ਚਾਹੇ ਉਹ ਰਾਜਾ ਵੜਿੰਗ ਸੀ, ਪ੍ਰਗਟ ਸਿੰਘ ਸੀ, ਰੰਧਾਵਾ ਸੀ ਜਾਂ ਕੁਝ ਹੋਰ ਲੋਕ ਸੀ। ਰੰਧਾਵਾ ਸਾਹਿਬ ਨੇ ਤਾਂ ਇਹ ਕਿਹਾ ਕਿ ਮੈਨੂੰ ਬਾਕੀ ਕਿਸੇ ਗੱਲ ਨੂੰ ਲੈ ਕੇ ਕੈਪਟਨ ਸਾਹਿਬ ਨਾਲ ਕੋਈ ਮਨਮੁਟਾਵ ਨਹੀਂ, ਮੇਰੇ ਲਈ ਤਾਂ ਉਹ ਜਿਹੜਾ ਬੇਅਦਬੀ ਦਾ ਕਾਂਡ ਆ ਉਹ ਚੁੱਭਦਾ। ਜੀ। ਪਰ ਹੁਣ ਇਦਾਂ ਲੱਗਦਾ ਕਿ ਇਹ ਸਾਰੀਆਂ ਚੀਜ਼ਾਂ ਨੂੰ ਜਿੰਨਾ ਕੁ ਰੌਲਾ ਪਿਆ ਕਾਂਗਰਸ ਦੇ ਵਿੱਚ ਉਹਦੇ ਨਾਲ ਇੱਕ ਧੜੇਬੰਦੀ ਜਿਹੜੀ ਉਹ ਦੋ ਹਿੱਸਿਆਂ 'ਚ ਰਹਿ ਗਈ, ਜੀ। ਇੱਕ ਸਿੱਧੂ ਵਾਲੀ ਪਾਸੇ ਦੀ ਤੇ ਦੂਜੀ ਕੈਪਟਨ ਵਾਲੇ ਪਾਸੇ ਦੀ। ਜੀ। ਤੇ ਜਿੱਦਾਂ ਬਿਲਗਾ ਸਾਹਿਬ ਨੇ ਦੱਸਿਆ ਕਿ ਤਾਜਪੋਸ਼ੀ ਵਾਲੇ ਦਿਨ ਜੋ ਨਜ਼ਰ ਆਉਂ ਰਿਹਾ ਸੀ ਉਹ 'ਚੋਂ ਇਹ ਲੱਗਦਾ ਸੀਗਾ ਕਿ ਸਿੱਧੂ ਵਾਲਾ ਧੜਾ ਭਾਰੀ ਆ ਤੇ ਕੈਪਟਨ ਸਾਹਿਬ ਹੁਣ ਆਪਣੇ ਆਪ ਨੂੰ ਮੰਨ ਲਿਆ ਕਿ ਉਹਨਾਂ ਦੀ ਇਹੀ ਟਰਮ ਹੈ। ਜੀ। ਹੁਣ ਦੇਖਣਾ ਇਹ ਪਊਗਾ ਆਉਣ ਵਾਲੇ ਸਮੇਂ ਦੇ ਵਿੱਚ ਕਿ ਕਾਂਗਰਸ ਨੇ ਪ੍ਰਧਾਨ ਤੇ ਬਦਲ ਦਿੱਤਾ, ਜੇ ਤਾਂ ਉਹ ਇਲੈਕਸ਼ਨ ਤੋਂ ਪਹਿਲਾਂ ਅਨਾਉਂਸ ਕਰਨਗੇ ਕਿ ਅਸੀਂ ਮੁੱਖ ਮੰਤਰੀ ਵੀ ਬਦਲ ਦੇਣਾ ਜੀ। ਚੋਣ ਪ੍ਰਚਾਰ ਦੇ ਵਿੱਚ ਜੀ। ਫੇਰ ਤੇ ਉਹਨਾਂ ਦਾ ਕੋਈ ਪਾਸਾ ਬਣੂਗਾ। ਉਸ ਤੋਂ ਬਾਅਦ ਫੇਰ ਉਹਨਾਂ ਲਈ ਸਮੱਸਿਆ ਇਹੀ ਹੈ ਕਿ ਉਹ ਜਿਹੜਾ ਨਾਰਾਜ਼ ਧਿਰਿਆ, ਜਿਹੜੀ ਦੂਜੀ ਧਿਰਿਆ, ਜਿਹੜੀ ਹੁਣ ਦੀ ਸੱਤਾਧਾਰੀ ਧਿਰਿਆ, ਉਹਨੂੰ ਉਹ ਇਕੱਠੇ ਕਰਕੇ ਚੱਲਣਗੇ ਕਿ ਨਹੀਂ ਚੱਲਣਗੇ। ਜਿੱਦਾਂ ਹੁਣ ਤੱਕ ਉਹਨਾਂ ਨੇ ਇੱਕ ਦੋ ਵਾਰ ਕੈਪਟਨ ਸਾਹਿਬ ਨੂੰ ਸਮਝਾਇਆ ਜਾਂ ਮਨਾ ਲਿਆ ਜਾਂ ਰਲਾ ਲਿਆ ਜਾਂ ਤੁਸੀਂ ਕਹਿ ਲਓ ਕਿ ਘੂਰ ਕੇ ਮਨਾ ਲਿਆ, ਜੇ ਤਾਂ ਉਹ ਸਾਰੀਆਂ ਗੱਲਾਂ ਫੇਰ ਸਾਬਤ ਹੋਣਗੀਆਂ ਫਿਰ ਤੇ ਠੀਕ ਆ, ਨਹੀਂ ਤਾਂ ਜਿਹੜੀ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਜਿਹੜੇ ਰਿਜ਼ਲਟ ਆਉਣਗੇ ਉਹ ਸਾਡੀਆਂ ਕਿਆਸ ਰਾਈਆਂ ਤੋਂ ਵਿਪਰੀਤ ਵੀ ਹੋ ਸਕਦੇ ਜੀ। ਤੇ ਇਸ ਵੇਲੇ ਵੱਖ-ਵੱਖ ਮੁੱਦਿਆਂ ਤੇ ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ। ਅੰਮ੍ਰਿਤਪਾਲ ਸ਼ਰਮਾ ਜੀ ਤੇ ਗੁਰਨਾਮ ਸਿੰਘ ਬਿਲਗਾ ਜੀ, ਤੁਹਾਡਾ ਸਟੂਡੀਓ 'ਚ ਆਉਣ ਲਈ ਬਹੁਤ-ਬਹੁਤ ਧੰਨਵਾਦ। ਸ਼ੁਕਰੀਆ। ਮਿਹਰਬਾਨੀ ਜੀ। ਸੋ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਵਿਚਾਰ ਚਰਚਾ 'ਚ ਅੱਜ ਦੇ ਇਸ ਹਿੱਸੇ ਨਾਲ ਜੁੜਨ ਲਈ। ਤੁਸੀਂ ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।